ਆਦ ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਈ ਤੇਹਾ ਹਉ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਤੀਜਾ। ਆਪਣਾ ਭਉ ਤਿਨ ਪਾਇਓਨ, ਜਿਨ ਗੁਰ ਕਾ ਸ਼ਬਦ ਵਿਚਾਰ। ਸਤ ਸੰਗਤੀ ਸਦਾ ਮਿਲ ਰਹੇ, ਸੱਚੇ ਕੇ ਗੁਣ ਸਾਰ। ਦੁਬਿਧਾ ਮੈਲ ਚੁਕਾਈਨ, ਹਰ ਰਾਖਿਆ ਉਰ ਧਾਰ। ਸੱਚੀ ਬਾਣੀ ਸੱਚ ਮਨ, ਸੱਚੇ ਨਾਲ ਪਿਆਰ। ਮਨ ਮੇਰੇ ਹਉਮੈ ਮੈਲ ਭਰ ਨਾਲ, ਹਰ ਨਿਰਮਲ ਸਦਾ ਸੋਹਣਾ। ਸ਼ਬਦ ਸਵਾਰਣ ਹਾਰ ਰਹਾਉ, ਸੱਚੈ ਸ਼ਬਦ ਮਨ ਮੋਹਿਆ। ਪ੍ਰਭ ਆਪੇ ਲਏ ਮਿਲਾਏ, ਅਨ ਦਿਨ ਨਾਮੇ ਰਤਿਆਂ। ਜੋਤੀ ਜੋਤ ਸਮਾਏ, ਜੋਤੀ ਹੂੰ ਪ੍ਰਭ ਜਾਪਦਾ। ਬਿਨ ਸਤਿਗੁਰੂ ਬੂਝ ਨਾ ਪਾਏ, ਜਿਨ ਕੋ ਪੂਰਬ ਲਿਖਿਆ। ਸਤਿਗੁਰੂ ਭੇਟਿਆ ਤਿਨ ਆਏ, ਵਿਣ ਨਾਵੈ ਸਭ ਡੂਮਣੀ। ਦੂਜੈ ਭਾਏ ਖੁਆਏ, ਤਿਸ ਬਿਨ ਘੜੀ ਨਾ ਜੀਵੰਦੀ। ਦੁਖੀ ਰਹਿਣ ਵਿਹਾਏ, ਭਰਮ ਭੁਲਾਣਾ ਅੰਧੁਲਾ। ਫਿਰ ਆਵੈ ਜਾਏ, ਨਦਰ ਕਰੇ ਪ੍ਰਭ ਆਪਣੀ। ਆਪੇ ਲਏ ਮਿਲਾਏ, ਸਭ ਕਿਛ ਸੁਣਦਾ ਵੇਖਦਾ। ਕਿਉ ਮੁਕਰ ਪਾਇਆ ਜਾਏ, ਪਾਪੋ ਪਾਪ ਕਮਾਵੰਦੇ। ਪਾਪੇ ਪਚਹਿ ਪਚਾਏ, ਸੋ ਪ੍ਰਭ ਨਦਰ ਨਾ ਆਵਈ। ਮਨ ਮੁਖ ਬੂਝ ਨਾ ਪਾਏ, ਜਿਸ ਵੇਖਾਲੇ ਸੋਈ ਵੇਖੈ। ਨਾਨਕ ਗੁਰਮੁਖ ਪਾਏ, ਜਿਸ ਵੇਖਾਲੇ ਸੋਈ ਵੇਖੈ। ਨਾਨਕ ਗੁਰਮੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ। ਚਬਰ ਛਤਰ ਤਖਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਬਖਸ਼ਿਸ਼ ਰਹਿਮਤ ਦੇ ਨਾਲ ਹਰ ਰੋਜ਼ ਜੋ ਸਤਿਗੁਰੂ ਗੁਰੂਦੇਵ ਜੀ ਤਰੁੱਠਦੇ ਨੇ, ਬਖਸ਼ਿਸ਼ ਕਰਦੇ ਨੇ ਤੇ ਆਪ ਆਵਾਜ਼ ਮਾਰ ਕੇ ਗੁਰਮਤਿ ਦੀ ਵਿਚਾਰ ਦੇ ਨਾਲ ਸਾਨੂੰ ਜੋੜ ਲੈਂਦੇ ਹਨ।
ਇਹ ਸਭ ਕੁਝ ਸਤਿਗੁਰ ਦੀ ਕਿਰਪਾ ਤੇ ਬਖਸ਼ਿਸ਼ ਦੇ ਨਾਲ ਹੀ ਵਰਤ ਰਿਹਾ ਹੈ। ਕਿਉਂਕਿ ਜਿੱਥੇ ਇਸ ਕਲਹਿ ਭਰੇ ਸਮੇਂ ਵਿੱਚ, ਜਿੱਥੇ ਹਰ ਵਕਤ ਮਨੁੱਖ ਦਾ ਮਨ ਚੰਚਲ ਤੇ ਵਿਆਕੁਲ ਤੇ ਹੋਛਾ ਬਣਿਆ ਰਹਿੰਦਾ ਹੈ, ਮਾਇਆ ਦੇ ਜਾਲ ਦੇ ਵਿੱਚ ਜਿੱਥੇ ਇਹ ਮਨ ਨਿਤ ਪ੍ਰਤੀ ਦਿਨ ਫਸਦਾ ਪਿਆ ਹੈ, ਜੇ ਐਸੇ ਸਮੇਂ ਦੇ ਵਿੱਚ ਗੁਰੂ ਦੀ ਗੱਲ ਚੇਤੇ ਆ ਜਾਵੇ, ਗੁਰੂ ਦੇ ਨਾਲ ਸਾਂਝ ਬਣ ਜਾਵੇ, ਗੁਰੂ ਸ਼ਬਦ ਜੀਵਨ ਦੇ ਵਿੱਚ ਘਰ ਕਰਨ ਲੱਗ ਪਵੇ, ਤੇ ਇਹ ਤੋਂ ਵੱਡੀ ਬਖਸ਼ਿਸ਼ ਤੇ ਇਹ ਤੋਂ ਵੱਡੀ ਬਰਕਤ ਮਨੁੱਖ ਦੇ ਜੀਵਨ ਵਿੱਚ ਹੋਰ ਕੋਈ ਵੀ ਨਹੀਂ ਹੋ ਸਕਦੀ। ਸੋ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਦੇ ਇਸ ਪਿਆਰ ਨੂੰ ਆਪਾਂ ਰਲ ਮਿਲ ਕੇ ਮਾਣਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਗੁਰੂ ਜੀ ਦੀ ਦੱਸੀ ਮੱਤ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਸਫਲ ਤੇ ਨਿਰਮਲ ਬਣਾ ਸਕੀਏ। ਸੋ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਗੁਰਮਤ ਦੇ ਰਸਤੇ ਤੇ ਤੁਰਨਾ, ਗੁਰੂ ਨਾਨਕ ਦੇ ਘਰ ਦਾ ਪਾਂਧੀ ਬਣਨਾ ਤੇ ਗੁਰੂ ਫਿਲਾਸਫੀ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ। ਸੋ ਰੋਜ਼ਾਨਾ ਜਿਵੇਂ ਆਪਾਂ ਸਬਕ ਸਿੱਖਦੇ ਹਾਂ, ਇੱਕ ਲੈਸਨ ਰੋਜ਼ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚੋਂ, ਇੱਕ ਸ਼ਬਦ ਦੀ ਵਿਚਾਰ ਕਰਦੇ ਹਾਂ, ਫਿਰ ਉਸ ਸ਼ਬਦ ਦੀ ਵਿਚਾਰ ਨੂੰ ਇਹ ਸਾਡਾ ਫਰਜ਼ ਬਣਦਾ ਹੈ ਅਸੀਂ ਇੱਕ ਚੰਗੇ ਵਿਦਿਆਰਥੀ ਵਾਂਗੂ ਆਪਣੇ ਜੀਵਨ ਦੇ ਵਿੱਚ ਫਾਲੋ ਕਰੀਏ। ਕਿਉਂਕਿ ਗੁਰਬਾਣੀ ਜੀਵਨ ਜਾਚ ਹੈ, ਗੁਰਬਾਣੀ ਮੰਤਰਾਂ ਦਾ ਜਾਪ ਨਹੀਂ, ਗੁਰਬਾਣੀ ਇੱਕ ਜੀਵਨ ਦੀ ਉਹ ਜਾਚ ਹੈ ਜਿਹਨੂੰ ਅਸੀਂ ਜੀਵਨ ਦੇ ਵਿੱਚ ਵਸਾ ਕੇ ਆਪਣੇ ਕਿਰਦਾਰ, ਆਪਣੇ ਆਚਰਨ ਨੂੰ ਨਿਰਮਲ ਤੇ ਸੁਹਾਵਣਾ ਤੇ ਪਵਿੱਤਰ ਬਣਾ ਸਕਦੇ ਹਾਂ। ਜਿਸ ਜੀਵਨ ਦੇ ਵਿੱਚ ਗੁਰਬਾਣੀ ਘਰ ਕਰਦੀ ਹੈ, ਜਿਵੇਂ ਕਿਸੇ ਭਾਂਡੇ ਦੇ ਵਿੱਚ, ਭਾਂਡੇ ਦੇਖੋ ਘੁਮਿਆਰ ਕੋਲੋਂ ਬਣਦੇ ਨੇ, ਹੁਣ ਇੱਕ ਭਾਂਡੇ ਦੇ ਵਿੱਚ ਜ਼ਹਿਰ ਪਾ ਕੇ ਰੱਖਿਆ ਤੇ ਇੱਕ ਭਾਂਡੇ ਦੇ ਵਿੱਚ ਸ਼ਰਬਤ ਪਾ ਕੇ ਰੱਖਿਆ। ਹੁਣ ਜਿੱਥੇ ਕੁੜੱਤਣ ਪਈ ਹੈ ਉਹ ਭਾਂਡੇ ਦੇ ਵਿੱਚ ਕੜਵਾਹਟ ਹੋਵੇਗੀ, ਜਦੋਂ ਵੀ ਤੁਸੀਂ ਉਹਦੇ ਵਿੱਚੋਂ ਕੁਝ ਕੱਢੋਗੇ ਕੌੜਾ ਹੀ ਨਿਕਲੂਗਾ। ਤੇ ਜਿਹਦੇ ਵਿੱਚ ਸ਼ਰਬਤ ਹੈ ਉਹਨੂੰ ਜਿੰਨੀ ਮਰਜ਼ੀ ਤੁਸੀਂ ਉਹਦੇ ਕੋਲੋਂ ਜਿੰਨੀ ਮਰਜ਼ੀ ਜਿੰਨੀ ਵਾਰੀ ਮਰਜ਼ੀ ਤੁਸੀਂ ਉਹਦੇ ਵਿੱਚੋਂ ਕੱਢੋ, ਮਿਠਾਸ ਸ਼ਰਬਤ ਹੀ ਨਿਕਲੇਗਾ। ਇਵੇਂ ਹੀ ਸਾਡਾ ਸਰੀਰ ਹੈ। ਸਤਿਗੁਰ ਨੇ ਇਸ ਸਰੀਰ ਰੂਪੀ ਭਾਂਡਾ ਦਿੱਤਾ ਹੈ ਕਿ ਇਹਦੇ ਵਿੱਚ ਪਰਮਾਤਮਾ ਦੀ ਯਾਦ ਟਿਕੀ ਰਵੇ, ਤਾਂ ਕਿ ਜਿੰਨੀ ਵਾਰੀ ਵੀ ਤੂੰ ਬੋਲੇ ਤੇਰੇ ਅੰਦਰੋਂ ਪਰਮਾਤਮਾ ਦੀ ਹੀ ਸਿਫਤ ਸਲਾਹ ਨਿਕਲੇ। ਪਰ ਹੋ ਉਲਟਾ ਰਿਹਾ ਹੈ, ਹੋ ਬਿਲਕੁਲ ਇਹ ਤੋਂ ਆਪੋਜ਼ਿਟ ਰਿਹਾ ਹੈ। ਮਨੁੱਖ ਦੇ ਅੰਦਰੋਂ ਜਿੰਨੀ ਮਰਜ਼ੀ ਵਾਰੀ ਦੇਖੋ ਕੌੜੇ ਬਚਨ ਨਿਕਲਣਗੇ, ਨਿੰਦਾ ਦੇ ਭਰੇ ਬੋਲ ਨਿਕਲਣਗੇ, ਈਰਖਾ ਦੇ ਵਿੱਚ ਭਿੱਜੇ ਸ਼ਬਦ ਨਿਕਲਣਗੇ, ਕਿਉਂਕਿ ਅੰਦਰ ਵਸਾਇਆ ਹੀ ਉਹ ਸਭ ਕੁਝ ਹੈ। ਹੁਣ ਅਸੀਂ ਇਸੇ ਕਰਕੇ ਯਤਨ ਕਰ ਰਹੇ ਹਾਂ ਵੀਰ ਮੇਰਿਓ ਕਿ ਆਪਾਂ ਰਲ ਮਿਲ ਕੇ ਅਭਿਆਸ ਕਰੀਏ ਆਪਣੇ ਜੀਵਨ ਦੇ ਵਿੱਚ, ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਕਰੀਏ। ਕਿਉਂਕਿ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਆਪ ਸਵਾਰੈ ਮੈਂ ਮਿਲੇ। ਜਿਵੇਂ ਅਸੀਂ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਪੋਚਵੀਂ ਪੱਗ ਬੰਨ੍ਹਦੇ ਹਾਂ, ਹਾਰ ਸ਼ਿੰਗਾਰ ਕਰਦੇ ਹਾਂ, ਬੜੇ ਪ੍ਰੈਸ ਕੀਤੇ ਕੱਪੜੇ ਪਾ ਕੇ ਘਰੋਂ ਬਾਹਰ ਨਿਕਲਣਾ ਚਾਹੁੰਦੇ ਹਾਂ ਕਿ ਮੇਰੀ ਇੱਕ ਪਰਸਨੈਲਿਟੀ ਇੱਕ ਡਿਫਰੈਂਟ ਹੋਵੇ, ਮੇਰੀ ਖੂਬਸੂਰਤੀ ਦੇ ਉੱਪਰ ਲੋਕੀ ਮੇਰੇ ਵੱਲ ਆਕਰਸ਼ਿਤ ਹੋਣ। ਪਰ ਇਹ ਤੋਂ ਵੱਡੀ ਖੂਬਸੂਰਤੀ ਹੈ ਕਿ ਗੁਰੂ ਰੂਪੀ ਸ਼ੀਸ਼ੇ ਦੇ ਵਿੱਚ ਨਾਲ ਵੇਖ ਕੇ ਤੁਰਨਾ ਹੈ। ਜਿਵੇਂ ਅਸੀਂ ਸਵੇਰੇ ਸ਼ੀਸ਼ਾ ਵੇਖ ਕੇ ਤੁਰਦੇ ਹਾਂ, ਇਵੇਂ ਹੀ ਨਿਤਨੇਮ ਕੀ ਹੈ, ਗੁਰਬਾਣੀ ਦੀ ਵਿਚਾਰ ਕੀ ਹੈ, ਗੁਰਮਤ ਦਾ ਸ਼ੀਸ਼ਾ, ਜਿਹਦੇ ਵਿੱਚ ਖਲੋ ਕੇ ਅਸੀਂ ਇਹ ਵੇਖਣਾ ਹੈ ਕਿ ਮੈਂ ਇਸ ਸ਼ੀਸ਼ੇ ਵਿੱਚ ਕਿਹੋ ਜਿਹਾ ਲੱਗਦਾ ਹੈ। ਹੁਣ ਜੇ ਤੇ ਉਸ ਸ਼ੀਸ਼ੇ ਦੇ ਵਿੱਚ ਮੈਨੂੰ ਇੰਜ ਨਜ਼ਰ ਆਉਣ ਲੱਗ ਪਿਆ ਕਿ ਮੇਰੇ ਅੰਦਰ ਈਰਖਾ, ਨਫ਼ਰਤ, ਅਵਗੁਣ ਭਰੇ ਨੇ, ਤੇ ਸਮਝ ਲੈਣਾ ਮੁਬਾਰਕ ਹੋ ਤੁਸੀਂ ਕਿ ਤੁਹਾਡੇ ਅੰਦਰ ਪਈ ਮੈਲ ਦਾ ਤੁਹਾਨੂੰ ਪਤਾ ਲੱਗ ਗਿਆ ਹੈ, ਤੇ ਹੁਣ ਧੋਣ ਵਾਲੇ ਬੰਨੇ ਤੁਹਾਨੂੰ ਤੁਰਨਾ ਚਾਹੀਦਾ, ਸਾਨੂੰ ਤੁਰਨਾ ਚਾਹੀਦਾ।
ਜਿੱਥੇ ਅਸੀਂ ਬਾਹਰ ਦੀ ਖੂਬਸੂਰਤੀ ਭਾਲਦੇ ਹਾਂ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਗੁਰਮਤ ਅੰਦਰ ਦੀ ਖੂਬਸੂਰਤੀ ਦੇ ਉੱਤੇ ਮਿਹਨਤ ਕਰਦੀ ਹੈ। ਗੁਰਬਾਣੀ ਸਵੇਰੇ ਪਾਤਸ਼ਾਹ ਜੀ ਦੀ ਪਾਵਨ ਸ਼ਬਦ ਸਾਨੂੰ ਅੰਦਰੋਂ ਖੂਬਸੂਰਤ ਬਣਾਉਂਦੇ ਨੇ। ਜਦੋਂ ਸਾਡੇ ਅੰਦਰ ਨਿਰਮਲ ਵਿਚਾਰ ਹੋਣਗੇ, ਪਵਿੱਤਰ ਖਿਆਲ ਹੋਣਗੇ, ਸਾਡੇ ਸੁਭਾਅ ਦੇ ਵਿੱਚ ਪਵਿੱਤਰਤਾ ਹੋਵੇਗੀ, ਤੇ ਸੁਭਾਵਿਕ ਜੀ ਗੱਲ ਆ ਸਾਡੇ ਮੁਖ ਤੋਂ ਨਿਕਲੇ ਬੋਲ ਵੀ ਪਵਿੱਤਰ ਹੋਣਗੇ। ਹੁਣ ਡਰੱਗ ਪਤਾ ਕੀ ਹੈ? ਮਨੁੱਖ ਦੇ ਬਲੱਡ ਦੇ ਵਿੱਚ ਸਰਕੂਲੇਟ ਹੁੰਦੀ ਹੈ। ਹੁਣ ਗੁਰਮਤ ਕੀ ਹੈ? ਸਤਿਗੁਰੂ ਕਹਿੰਦੇ ਜਦੋਂ ਗੁਰਮਤ ਸਾਡੇ ਬਲੱਡ ਦੇ ਵਿੱਚ ਸਰਕੂਲੇਟ ਹੋਏਗੀ, ਗੁਰਬਾਣੀ ਦੀ ਵਿਚਾਰ ਸਾਡੇ ਬਲੱਡ ਦੇ ਵਿੱਚ ਵਸੇਗੀ, ਸਾਡੇ ਫੁਰਨੇ ਕਿਹੜੇ ਨਿਕਲਣਗੇ? ਫਿਰ ਵਿੱਚੋਂ ਚੰਗੇ ਨਿਕਲਣਗੇ ਨਾ। ਚੰਗੇ ਖਿਆਲਾਤ ਉਪਜਣਗੇ, ਚੰਗੀ ਸੋਚ ਪੈਦਾ ਹੋਵੇਗੀ, ਚੜ੍ਹਦੀ ਕਲਾ ਪੈਦਾ ਹੋਵੇਗੀ। ਮਨੁੱਖ ਦੇ ਜੀਵਨ ਵਿੱਚੋਂ ਦੁਨਿਆਵੀ ਡਰ ਮੁੱਕ ਜਾਣਗੇ, ਇੱਕੋ ਇੱਕ ਡਰ ਰਹੇਗਾ ਪਰਮਾਤਮਾ ਦਾ। ਤੋ ਜਦੋਂ ਐਸਾ ਜੀਵਨ ਬਣਦਾ ਹੈ, ਫਿਰ ਐਸੀ ਜੀਵਨ ਦੀ ਘਾਟ ਜਦੋਂ ਘੜੀ ਜਾਂਦੀ ਹੈ, ਤੇ ਸਤਿਗੁਰੂ ਕਹਿੰਦੇ ਮੈਂ ਮਿਲੇ, ਆਪ ਸਵਾਰੈ ਮੈਂ ਮਿਲੇ। ਫਿਰ ਚੇਤਾ ਰੱਖੀ ਤੈਨੂੰ ਪਰਮਾਤਮਾ ਮਿਲ ਜਾਵੇਗਾ, ਗੁਰੂ ਦੀ ਬਖਸ਼ਿਸ਼ ਤੇ ਰਹਿਮਤ ਮਿਲ ਜਾਵੇਗੀ। ਫਰੀਦਾ ਜੇ ਤੂੰ ਮੇਰਾ ਹੋਏ ਰਹੇ। ਹੁਣ ਬਾਬਾ ਫਰੀਦ ਜੀ ਕਹਿੰਦੇ ਪਰਮਾਤਮਾ ਜੀ ਪਤਾ ਕੀ ਕਹਿੰਦੇ? ਕਹਿੰਦੇ ਤੂੰ ਮੇਰਾ ਬਣ ਜਾ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਆਹ ਸਾਰੇ ਜੱਗ ਨੂੰ ਪ੍ਰਭਾਵਿਤ ਕਰਨ ਦੀ ਤੈਨੂੰ ਲੋੜ ਨਹੀਂ ਪੈਣੀ ਹੈ, ਆਪਣੇ ਆਪ ਤੇਰਾ ਹੋ ਜਾਣਾ ਹੈ। ਪਰ ਮਨੁੱਖ ਪਰਮਾਤਮਾ ਨੂੰ ਪਿੱਠ ਦੇ ਕੇ ਬੈਠਾ ਹੈ, ਤੇ ਸੰਸਾਰ ਨੂੰ ਆਪਣਾ ਬਣਾਉਣ ਦੀ ਚੱਕਰ ਦੇ ਵਿੱਚ ਬਹੁਤ ਪਬਲਿਸਿਟੀ ਵਾਸਤੇ, TRP ਵਾਸਤੇ, ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਆਪੋ ਤਰੀਕੇ ਦਾ ਪ੍ਰੋਪੋਗੈਂਡਾ ਬਣਾ ਕੇ ਦੁਨੀਆ ਨੂੰ ਇਹ ਦੱਸਣਾ ਚਾਹੁੰਦਾ ਹੈ ਵੀ ਦੁਨੀਆ ਮੇਰੇ ਵੱਸ 'ਚ ਆ ਜਾਵੇ। ਕਦੀ ਨਹੀਂ ਇਸ ਤਰ੍ਹਾਂ ਹੁੰਦਾ। ਸਾਹਿਬ ਕਹਿੰਦੇ ਚੇਤਾ ਰੱਖੀ, ਜਦ ਤੱਕ ਤੂੰ ਪਰਮਾਤਮਾ ਦਾ ਨਹੀਂ ਨਾ ਬਣਦਾ, ਇਸ ਸੰਸਾਰ ਨੇ ਤੈਨੂੰ ਪ੍ਰਵਾਨ ਹੀ ਨਹੀਂ ਕਰਨਾ। ਵੇਖਣ ਨੂੰ ਮੂੰਹ ਤੇ ਤੈਨੂੰ ਸਲਾਮਾਂ ਕਰ ਦੇਣਗੇ, ਸਜਦੇ ਕਰ ਦੇਣਗੇ, ਮੱਥੇ ਵੀ ਤੈਨੂੰ ਸ਼ਾਇਦ ਟੇਕ ਦੇਣ, ਪਰ ਅੰਦਰੋਂ ਇਹਨਾਂ ਦੇ ਪੁੱਛ ਕੇ ਵੇਖੀ ਤੈਨੂੰ ਗਾਲਾਂ ਹੀ ਕੱਢਣਗੇ। ਪਰ ਜਿੱਦਣ ਤੂੰ ਅੰਦਰੋਂ ਪਰਮਾਤਮਾ ਦਾ ਬਣ ਗਿਓ, ਉਦਣ ਇਹ ਸੰਸਾਰ ਆਪਣੇ ਆਪ ਤੇਰਾ ਬਣ ਜਾਣਾ ਹੈ। ਹੁਣ ਯਾਤਰਾ ਸਾਡੀ ਸੰਸਾਰ ਵੱਲ ਨੂੰ ਚਾਹੀਦੀ ਹੈ ਕਿ ਪਰਮਾਤਮਾ ਵੱਲ ਨੂੰ ਚਾਹੀਦੀ ਹੈ? ਹੁਣ ਗੁਰਬਾਣੀ ਦੇ ਉਪਦੇਸ਼ ਸਾਡੀ ਜੀਵਨ ਦੀ ਯਾਤਰਾ ਨੂੰ ਪਰਮਾਤਮਾ ਦੇ ਹੁਕਮ ਦੇ ਰਸਤੇ ਤੇ ਤੁਰਦਿਆਂ ਹੋਇਆਂ ਨਿਰੰਕਾਰ ਵੱਲ ਨੂੰ ਲੈ ਕੇ ਤੁਰਦੇ ਹਨ, ਤਾਂ ਕਿ ਅਸੀਂ ਸੰਸਾਰ ਦੇ ਵਿੱਚ ਵਸਦੀ ਮਾਨਵਤਾ ਦੇ ਦਰਸ਼ਨ ਕਰ ਸਕੀਏ। ਬਹੁਤ ਧੰਨਵਾਦੀ ਹਾਂ ਮੈਂ ਉਹਨਾਂ ਗੁਰੂ ਕੀਆਂ ਪਿਆਰਿਆਂ ਸਿੱਖਾਂ ਦਾ ਜੋ ਮਾਨਵਤਾ ਦੇ ਵਿੱਚ ਪਰਮਾਤਮਾ ਨੂੰ ਵੇਖਦਿਆਂ ਹੋਇਆਂ ਸੇਵਾਵਾਂ ਵਿੱਚ ਲੱਗੇ ਨੇ। ਤੁਸੀਂ ਦੇਖੋ ਅੱਜ USA ਦੇ ਵਿੱਚ ਕਿਤਨਾ ਵੱਡਾ ਭੂਚਾਲ ਆਇਆ, ਤੂਫਾਨ ਆਇਆ, ਉੱਥੇ ਜਾ ਕੇ ਉਹਨਾਂ ਗੁਰੂ ਕੀਆਂ ਸਿੱਖਾਂ ਨੇ ਸੇਵਾ ਕੀਤੀ। ਇਹ ਹੈ ID, ਇਹ ਹੈ ਗੁਰਮਤ ਦੀ ਪਹਿਚਾਣ, ਇਹ ਹੈ ਗੁਰਮਤ ਦੀ ਦਰਸ਼ਨ। ਜਦੋਂ ਸਾਡੇ ਜੀਵਨ ਵਿੱਚ ਗੁਰਮਤ ਹੋਵੇਗੀ, ਅਸੀਂ ਦੂਜਿਆਂ ਨੂੰ ਵੰਡਾਂਗੇ, ਦੂਜਿਆਂ ਦੇ ਵਾਸਤੇ ਕੁਝ ਕਰਨ ਦੀ ਮਨ ਵਿੱਚ ਭਾਵਨਾ ਪੈਦਾ ਹੋਵੇਗੀ। ਤੋ ਇਹ ਗੱਲਾਂ ਮੈਂ ਤਾਂ ਸ਼ੁਰੂਆਤੀ ਤੌਰ ਤੇ ਸਾਂਝੀਆਂ ਕਰਦਾ ਕਿ ਗੁਰਬਾਣੀ ਜੀਵਨ ਬਣਾਉਣ ਦਾ ਨਾਮ ਆ। ਗੁਰਬਾਣੀ ਚੌਂਕੜੇ ਮਾਰ ਕੇ, ਸਮਾਧੀਆਂ ਲਾ ਕੇ, ਹੱਥ ਵਿੱਚ ਮਾਲਾਵਾਂ ਫੜ ਕੇ ਅੰਤਰ ਧਿਆਨ ਹੋ ਕੇ ਬੈਠਣ ਦਾ ਨਾਮ ਨਹੀਂ। ਗੁਰਬਾਣੀ ਜ਼ਿੰਦਗੀ ਹੈ, ਗੁਰਬਾਣੀ ਜੀਵਨ ਜਾਚ ਹੈ। ਸਤਿਗੁਰੂ ਕੀ ਮੱਤ ਜ਼ਿੰਦਗੀ ਬਣਾਉਂਦੀ ਹੈ, ਤੇ ਅਸੀਂ ਜੇ ਜ਼ਿੰਦਗੀ ਬਣਾਉਣ ਵਾਲੇ ਬੰਨੇ ਨਹੀਂ ਨਾ ਤੁਰੇ, ਫਿਰ ਜਿੰਨੇ ਮਰਜ਼ੀ ਲਾਈਟਾਂ ਬੰਦ ਕਰਕੇ ਭਾਵੇਂ ਸਿਰ ਘੁਮਾਈ ਜਾਈਏ, ਕੋਈ ਲਾਹ ਨਹੀਂ ਮਿਲਣਾ, ਤੇ ਮਿਲਦਾ ਵੀ ਕੋਈ ਨਹੀਂ। ਜੇ ਸੱਚ ਜਾਣਿਓ, ਮੈਂ ਦੇਖਿਆ ਜਿਹੜੇ ਲਾਈਟਾਂ ਬੰਦ ਕਰਕੇ ਸਿਰ ਘੁਮਾਉਂਦੇ ਰਹੇ, ਵਾਹਿਗੁਰੂ ਵਾਹਿਗੁਰੂ ਤੇ ਮੁਖ ਤੋਂ ਕਰਦੇ ਰਹੇ, ਪਰ ਅੰਦਰ ਤੇ ਉਹਨਾਂ ਦੇ ਵਾਹਿਗੁਰੂ ਦਾ ਇੱਕ ਕਿਣਕਾ ਨਜ਼ਰ ਨਹੀਂ ਆਉਂਦਾ। ਅੰਦਰ ਤੇ ਨਫ਼ਰਤ ਭਰੀ ਪਈ ਹੈ। ਆਹ ਦੂਜੀ ਟਕਸਾਲ ਦਾ ਜੀ, ਆਹ ਫਲਾਨੀ ਜਥੇਬੰਦੀ ਦਾ ਜੀ, ਇਹ ਫਲਾਨਾ ਹੈ ਜੀ, ਇਹ ਦੂਸਰਾ ਹੈ। ਕਿਤੇ ਬੋਲ ਸੁਣੋ ਤੁਸੀਂ, ਆਹ ਵੀਡੀਓ ਤੁਸੀਂ ਫੇਸਬੁੱਕਾਂ ਦੇ ਉੱਪਰ ਪਈਆਂ ਦੇਖਦੇ ਹੋ, ਜਾਂ ਕਿਤੇ ਇਹਨਾਂ ਦੀ ਵਿਚਾਰ ਵੇਖੋ, ਕਿੰਨੀ ਹੈਰਾਨੀ ਆਉਂਦੀ ਹੈ ਕਿ ਬਾਣਾ ਤੁਸੀਂ ਸਿੱਖੀ ਦਾ ਪਾਇਆ, ਆਪਣੇ ਆਪ ਨੂੰ ਉਸ ਮਹਾਨ ਗੁਰੂ ਦੇ ਸਿੱਖ, ਮਹਾਨ ਗੁਰਮਤ ਦੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਉਸ ਜਰਨੈਲ ਨਾਲ ਜੋੜਦੇ ਹੋ, ਤੇ ਜੀਵਨ ਦੇ ਵਿੱਚ ਤੁਹਾਡੇ ਇੱਕ ਵੀ ਕਿਣਕਾ ਗੁਰਮਤ ਦਾ ਨਜ਼ਰ ਨਹੀਂ ਆਉਂਦਾ। ਕੀ ਇਹਨਾਂ ਕੋਲ ਸਿੱਖਾਂਗੇ? ਕਿਉਂਕਿ ਹਿਰਦੇ ਵਿੱਚ ਸਿਰਫ ਤੇ ਸਿਰਫ ਕੇਵਲ ਬਾਣੀਆਂ ਦੇ ਜਾਪ ਭਰੇ ਨੇ। ਵਿਚਾਰ ਵੀ ਕਰ ਲੈਂਦੇ ਹੋਣਗੇ, ਪਰ ਜੀਵਨ ਵਿੱਚ ਸੱਚ ਨਹੀਂ ਖਲੋਤਾ। ਸੱਚ ਬਣਨਾ ਗੁਰੂ ਦੇ ਦੱਸੀ ਮੱਤ ਤੇ ਤੁਰ ਕੇ। ਹੁਣ ਅੱਜ ਦਾ ਜਿਹੜਾ ਪਾਵਨ ਸ਼ਬਦ ਆ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਸ਼੍ਰੀ ਰਾਗ ਦੇ ਵਿੱਚੋਂ ਇਹ 56 ਨੰਬਰ ਸ਼ਬਦ ਹੈ, 56 ਨੰਬਰ ਸ਼ਬਦ।
ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪੰਨੇ ਦੇ ਉੱਪਰ 35 ਦੇ ਉੱਪਰ 35 ਦੇ ਉੱਪਰ ਸੁਭਾਇਮਾਨ ਹੈ। ਤੇ ਔਥਰ ਨੇ ਇਸ ਪਾਵਨ ਸ਼ਬਦ ਦੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਹੁਣ ਰਹਾਉ ਦੇ ਬੰਦ ਤੋਂ ਹੀ ਆਪਾਂ ਵਿਚਾਰ ਪ੍ਰਾਰੰਭ ਹਮੇਸ਼ਾ ਕਰਦੇ ਹਾਂ, ਕਿਉਂਕਿ ਮੈਂ ਬਾਰ-ਬਾਰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਸ਼ਬਦ ਦਾ ਜਿਹੜਾ ਸੈਂਟਰਲ ਆਈਡੀਆ ਹੈ, ਕੇਂਦਰੀ ਭਾਵ ਹੈ, ਇਹ ਸਿਰਫ ਰਹਾਉ ਦੇ ਬੰਦ ਵਿੱਚ ਹੈ। ਬਾਕੀ ਬੰਦ ਉਹਦੇ ਆਲੇ ਦੁਆਲੇ ਉਹਦੀ ਡਿਟੇਲ ਨੇ। ਜਦੋਂ ਅਸੀਂ ਗੁਰਮਤ ਵਿੱਚ ਭਿੱਜ ਕੇ, ਮੈਂ ਇਸੇ ਕਰਕੇ ਕੋਸ਼ਿਸ਼ ਕਰਦਾ ਕਿ ਗੁਰਬਾਣੀ ਨੂੰ ਗੁਰਬਾਣੀ ਦੇ ਅਰਥਾਂ ਵਿੱਚੋਂ ਲੱਭਿਆ ਜਾਵੇ। ਕੋਸ਼ਿਸ਼ ਇਹੀ ਹੁੰਦੀ ਹੈ ਕਿ ਬਾਹਰੋਂ ਕੋਈ ਵੀ ਪ੍ਰਮਾਣ ਨਾ ਦਿੱਤਾ ਜਾਵੇ, ਸਿਰਫ ਜੋ ਗੁਰਬਾਣੀ ਦੀ ਜੋ ਨਿਯਮ ਆ, ਗੁਰਬਾਣੀ ਵਿਚਾਰ ਦਾ ਨਿਯਮ ਇਹ ਹੈ ਕਿ ਪ੍ਰਚਾਰਕ ਨੇ ਰਹਾਉ ਦੇ ਬੰਦ ਦੇ ਵਿੱਚੋਂ ਸਬਜੈਕਟ ਨੂੰ ਲੱਭਣਾ ਹੈ, ਤੇ ਸਬਜੈਕਟ ਨੂੰ ਡਿਟੇਲ ਵਿੱਚ ਸਮਝਾਉਣ ਵਾਸਤੇ ਸਤਿਗੁਰੂ ਜੀ ਨੇ ਬਾਕੀ 4 ਬੰਦ ਨਾਲ ਦਿੱਤੇ ਨੇ। ਮੈਂ ਇਸੇ ਕਰਕੇ ਬਾਰ-ਬਾਰ ਕਹਿਣਾ ਕਿ ਰਹਾਉ ਦਾ ਬੰਦ ਆਪਣੇ ਆਪ ਦੇ ਵਿੱਚ 1 ਨੰਬਰ ਅੰਗ ਆ, ਤੇ ਜਦੋਂ ਰਹਾਉ ਦੇ ਬੰਦ ਤੋਂ ਆਪਾਂ ਵਿਚਾਰ ਚਾਲੂ ਕਰਦੇ ਹਾਂ, ਫਿਰ ਬਾਕੀ ਜਿਹੜੇ ਅੰਗ ਨੇ ਉਹ 4 ਬੰਦ ਜਿਹੜੇ ਨੇ, ਜਿਵੇਂ ਸਟੈਂਜਾ ਪਹਿਲਾ, ਦੂਜਾ, ਤੀਜਾ, ਚੌਥਾ, ਉਹਦੀ ਡਿਟੇਲ ਆ। ਪਰ ਰਹਾਉ ਦੇ ਬੰਦ ਦੇ ਨਾਲ ਸਟੈਂਜਾ 1 ਆਵੇਗਾ, 1 ਨੰਬਰ ਆਏਗਾ ਬੰਦ ਜਦੋਂ ਗਿਣਤੀ ਦੇ ਵਿੱਚ ਆਵੇਗਾ। ਰਹਾਉ ਦਾ ਬੰਦ ਨੰਬਰ 1 ਤੇ ਵਿਚਾਰਨਾ ਹੈ। ਇਸ ਤੋਂ ਬਾਅਦ ਫਿਰ ਸਟੈਪ ਬਾਈ ਸਟੈਪ ਆਪਾਂ ਨਾਲ ਨਾਲ ਉਹਨਾਂ ਨੂੰ ਡਿਟੇਲ ਕਰਦੇ ਜਾਣਾ ਹੈ ਤੇ ਸਮਝਦੇ ਜਾਣਾ ਹੈ। ਕੋਈ ਔਖਾ ਨਹੀਂ ਹੈ। ਹਰ ਇੱਕ ਸਿੱਖ ਪ੍ਰਚਾਰਕ ਹੈ, ਹਰ ਇੱਕ ਸਿੱਖ ਗੁਰਮਤ ਨੂੰ ਸਮਝ ਸਕਦਾ ਹੈ। ਸੋ ਰਹਾਉ ਦੇ ਬੰਦ ਤੋਂ ਆਪਾਂ ਵਿਚਾਰ ਪ੍ਰਾਰੰਭ ਕਰਦੇ ਹਾਂ। ਸਾਹਿਬ ਜੀ ਬਖਸ਼ਿਸ਼ ਕਰ ਰਹੇ ਅੱਜ ਦੇ ਪਾਵਨ ਬਖਸ਼ਿਸ਼ ਰੂਪ ਬੰਦ ਦੇ ਵਿੱਚ, ਕਹਿੰਦੇ ਮਨ ਮੇਰੇ ਹਉਮੈ ਮੈਲ ਭਰ ਨਾਲ। ਪਰ ਨਾਲ ਦਾ ਅਰਥ ਆ ਸਮੁੰਦਰ ਦੇ ਵਿੱਚ, ਸੰਸਾਰ ਸਮੁੰਦਰ ਦੇ ਵਿੱਚ। ਲੜੀਵਾਰ ਜਿਹੜੀ ਬੀੜ ਆ, ਇੱਥੇ ਜਿਹੜਾ ਪਦਛੇਦ ਕੀਤਾ ਗਿਆ ਹੈ ਭਰ ਤੇ ਨਾਲ ਡਿਫਰੈਂਟ ਕਰ ਦਿੱਤਾ ਗਿਆ ਹੈ, ਪਰ ਜਿਹੜੀਆਂ ਪੁਰਾਤਨ ਲੜੀਵਾਰ ਬੀੜਾਂ ਨੇ ਉਹਨਾਂ ਦੇ ਵਿੱਚ ਇਹ ਸ਼ਬਦ ਇਕੱਠਾ ਆਉਂਦਾ ਹੈ ਭਰ ਨਾਲ। ਪ੍ਰਣਾਲ ਦਾ ਅਰਥ ਆ ਸਮੁੰਦਰ ਵਿੱਚ, ਸੰਸਾਰ ਰੂਪੀ ਸਮੁੰਦਰ ਵਿੱਚ। ਜੇ ਆਪਾਂ ਭਰ ਨਾਲ ਨੂੰ ਡਿਫਰੈਂਟ ਕਰਕੇ ਪੜਾਂਗੇ ਤੇ ਭਰ ਦਾ ਅਰਥ ਹੈ ਭਰਨਾ, ਨਾਲ ਦਾ ਅਰਥ ਹੈ ਨਾਲ। ਪਰ ਜਦੋਂ ਅਸੀਂ ਇਹਨੂੰ ਇੱਕ ਸ਼ਬਦ ਜਿਹੜਾ ਪੂਰਨ ਸ਼ਬਦ ਇਹ ਇਵੇਂ ਹੈ ਭਰ ਨਾਲ, ਪੂਰਨ ਪੰਕਤੀ ਜਿਹੜੀ ਇਸ ਤਰ੍ਹਾਂ ਹੈ, ਪਰ ਪਦਛੇਦ ਬੀੜਾਂ ਦੇ ਵਿੱਚ ਇਹ ਅਲੱਗ-ਅਲੱਗ ਹੋ ਗਿਆ। ਜਿਵੇਂ ਭਰ ਦੇ ਨਾਲ ਥੋੜ੍ਹਾ ਜਿਹਾ ਗੈਪ ਪਾ ਕੇ ਨਾਲ ਲਿਖ ਦਿੱਤਾ ਗਿਆ, ਕਿਉਂਕਿ ਪ੍ਰਿੰਟਿੰਗ ਦੀ ਥੋੜ੍ਹੀ ਜਿਹੀ ਪ੍ਰੋਬਲਮ ਆਈ। ਪਰ ਜਿਹੜੀ ਲੜੀਵਾਰ ਬੀੜਾਂ ਨੇ ਉਹਦੇ ਵਿੱਚ ਇਹ ਸ਼ਬਦ ਪ੍ਰਣਾਲ ਪੂਰਾ ਹੈ। ਤੋ ਸਾਹਿਬ ਕਹਿੰਦੇ, ਹੇ ਮੇਰੇ ਮਨ, ਤੂੰ ਸੰਸਾਰ ਸਮੁੰਦਰ ਵਿੱਚ ਹਉਮੈ ਦੀ ਮੈਲ ਦੇ ਵਿੱਚ ਨਿਤ ਡੁੱਬਿਆ ਰਹਿੰਦਾ। ਮਨ ਮੇਰੇ ਹਉਮੈ ਮੈਲ ਭਰ ਨਾਲ, ਭਰ ਨਾਲ ਦਾ ਅਰਥ ਹੈ ਸੰਸਾਰ ਸਮੁੰਦਰ ਵਿੱਚ। ਸਾਹਿਬ ਜੀ ਕਹਿੰਦੇ, ਹੇ ਮੇਰੇ ਮਨ, ਤੂੰ ਨਿਤ ਸੰਸਾਰ ਸਮੁੰਦਰ ਦੇ ਵਿੱਚ ਫਸਿਆ ਰਹਿੰਦਾ, ਤੇ ਇਸ ਸੰਸਾਰ ਸਮੁੰਦਰ ਵਿੱਚ ਜਿਹੜੀ ਪ੍ਰਬਲ ਮੈਲ ਆ ਨਾ, ਉਹ ਹਉਮੈ ਦੀ ਹੈ। ਹਰ ਇੱਕ ਸੰਸਾਰੀ ਮਨੁੱਖ ਮੈਂ ਤੋਂ ਆਪਣੀ ਜ਼ਿੰਦਗੀ ਨੂੰ ਪ੍ਰਾਰੰਭ ਕਰ ਰਿਹਾ ਹੈ ਤੇ ਉਹਦੇ ਜੀਵਨ ਵਿੱਚ ਮੈਂ ਪ੍ਰਬਲ ਹੈ। ਅੱਜ ਜਿਤਨੇ ਕਲੇਸ਼ ਨੇ ਈਗੋ ਦੇ ਨੇ, ਘਰਾਂ ਤੋਂ ਲੈ ਕੇ ਦਫ਼ਤਰਾਂ ਤੱਕ ਲੈ ਲਓ, ਅੱਗੇ ਦੇਸ਼ਾਂ ਤੋਂ, ਮਹੱਲਿਆਂ ਤੋਂ ਦੇਸ਼ਾਂ ਤੱਕ ਲੈ ਲਓ, ਸਾਰੀ ਲੜਾਈ ਹਉਮੈ ਦੀ ਹੈ, ਈਗੋ ਦੀ ਹੈ। ਮੇਰੀ ਹਉਮੈ ਨੂੰ ਠੇਸ ਨਹੀਂ, ਮੇਰੀ ਹਉਮੈ ਹਰਟ ਨਹੀਂ ਹੋਣੀ ਚਾਹੀਦੀ, ਠੇਸ ਨਹੀਂ ਲੱਗਣੀ ਚਾਹੀਦੀ। ਗੱਲ ਕਿ ਜਿੱਥੇ ਮੈਂ ਆ ਕੇ ਖੜ ਜਾਵੇਗੀ ਨਾ, ਉੱਥੇ ਨੁਕਸਾਨ ਹੀ ਨੁਕਸਾਨ ਹੈ। ਤੋ ਸਾਹਿਬ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਹੇ ਮੇਰੇ ਮਨ, ਤੂੰ ਨਿਤ ਪ੍ਰਤੀ ਦਿਨ ਐਰੋਗੈਂਟ ਹੁੰਦਾ ਜਾ ਰਿਹਾ, ਈਗੋ ਦੇ ਵਿੱਚ ਡੁੱਬਦਾ ਜਾ ਰਿਹਾ। ਤੇ ਗੁਰਮਤ ਦੇ ਨਾਲ ਈਗੋ ਵਾਲੇ ਮਨੁੱਖ ਦਾ ਕੋਈ ਲੈਣਾ ਦੇਣਾ ਨਹੀਂ। ਜਿਹੜੀ ਗੁਰਮਤ ਆ ਨਾ, ਜਿੱਥੇ ਈਗੋ ਹੋਵੇਗੀ ਨਾ, ਉੱਥੇ ਗੁਰਮਤ ਘਰ ਨਹੀਂ ਕਰੇਗੀ। ਕਿਉਂਕਿ ਜੇ ਗੁਰਮਤ ਨੂੰ ਸਮਝਣਾ ਹੈ, ਜੇ ਗੁਰਬਾਣੀ ਨੂੰ ਜਾਣਨਾ ਹੈ, ਤੇ ਸਭ ਤੋਂ ਪਹਿਲੀ ਗੱਲ ਪਾਤਸ਼ਾਹ ਕਹਿੰਦੇ ਜਿਹੜੀ ਤੇਰੇ ਜੀਵਨ 'ਚ ਤੈਨੂੰ ਲਿਆਉਣੀ ਚਾਹੀਦੀ ਹੈ, ਤੈਨੂੰ ਮੈਂ ਖਤਮ ਕਰਨੀ ਪਊਗੀ ਆਪਣੇ 'ਚੋਂ। ਜਿਹੜੀ ਹਰ ਵਕਤ ਆਈ ਬੋਲਦਾ ਰਹਿੰਦਾ ਹੈ, ਮੈਂ ਕਰਦਾ ਰਹਿੰਦਾ ਹੈ, ਇਹ ਖਤਮ ਕਰੇਗਾ। ਪਰ ਚੇਤਾ ਰੱਖਿਓ, ਇੱਕ ਬੱਕਰੀ ਤੇ ਇੱਕ ਮਨੁੱਖ, ਇਹਦੀ ਕਦੀ ਮੈਂ ਨਹੀਂ ਜਾਂਦੀ, ਕਦੀ ਮੈਂ ਮੁੱਕਦੀ ਨਹੀਂ। ਮਰਦੇ ਦਮ ਤੱਕ ਇਹ ਮੈਂ ਆਹ ਕੀਤਾ, ਮੈਂ ਇਵੇਂ ਕਰ ਲਿਆ, ਆਪਣੇ ਆਪ ਨੂੰ ਪ੍ਰਮੋਟ ਕਰਨ ਵਿੱਚ ਲੱਗਾ ਰਹਿੰਦਾ ਹੈ ਵੀ ਜਿਵੇਂ ਦੁਨੀਆ ਨੂੰ ਪਤਾ ਹੀ ਕੁਝ ਨਹੀਂ, ਮੈਂ ਦੱਸਾਂ ਦੁਨੀਆ ਨੂੰ, ਵੱਧ ਚੜ ਕੇ ਦੱਸਾਂ ਕਿ ਮੈਂ ਕੀ ਕਰਨਾ ਚਾਹ ਰਿਹਾ, ਮੈਂ ਕੀ ਕਰ ਰਿਹਾ। ਇਹ ਈਗੋ ਹੀ ਇਹਦੀ ਜ਼ਿੰਦਗੀ ਵਿੱਚ ਪ੍ਰਮਾਤਮਾ ਦੇ ਵਿੱਚ ਤੇ ਇਹਦੇ ਵਿੱਚ ਦੂਰੀ ਪੈਦਾ ਕਰਕੇ ਬੈਠੀ ਹੈ। ਘਰਾਂ ਦੇ ਕਲੇਸ਼ ਈਗੋ ਦੇ ਸਿਰ ਤੇ ਖਲੋਤੇ ਨੇ,
ਲੜਾਈਆਂ ਈਗੋ ਦੇ ਸਿਰ ਤੇ ਨੇ। ਜਿੱਥੇ ਮੈਂ ਹੋਵੇਗੀ ਉੱਥੇ ਬਰਬਾਦੀ ਆਪਣੇ ਆਪ ਆਉਣ ਲੱਗ ਪਵੇਗੀ। ਤੇ ਜੇ ਇਸ ਮੈਂ ਨੂੰ ਗੁਰਮਤ ਸੰਭਲ ਜਾਵੇ, ਗੁਰੂ ਦਾ ਸਿੱਖ ਸੰਭਾਲ ਜਾਵੇ, ਤੇ ਮੈਂ ਦੀ ਜਗ੍ਹਾ ਤੇ ਇਹ ਗੱਲ ਆਪਣੇ ਜੀਵਨ 'ਚ ਲੈ ਆਵੇ ਕਿ ਹੇ ਮੇਰੇ ਕਰਤਾ ਪੁਰਖ ਜੀ, ਤੁਸੀਂ ਕਿਰਪਾ ਕਰਨ ਵਾਲਿਓ। ਗੁਰਬਾਣੀ 'ਚ ਇੱਕ ਪੰਕਤੀ ਆਉਂਦੀ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਉਹਦੇ ਅਰਥ ਕੀ ਨੇ ਭਲਾ? ਕਿ ਜਦੋਂ ਵਿੱਚ ਮੇਰੀ ਮੈਂ ਨਿਕਲ ਗਈ, ਜਦੋਂ ਵਿੱਚ ਮੇਰੇ ਕਰਤਾ ਪੁਰਖ ਜੀ ਆ ਕੇ ਮੇਰੇ ਬਾਰ-ਬਾਰ ਮੇਰੇ ਸ਼ਬਦਾਂ ਦੇ ਵਿੱਚ, ਮੇਰੀ ਬੋਲੀ ਦੇ ਵਿੱਚ, ਮੇਰੇ ਹਰ ਵਕਤ ਮੇਰੇ ਕਿਰਦਾਰ ਦੇ ਵਿੱਚ ਜਦੋਂ ਕਰਤਾ ਪੁਰਖ ਜੀ ਵਿੱਚ ਆ ਕੇ ਖਲੋ ਗਏ ਤੇ ਵਾਲ ਨਾ ਵਿੰਗਾ ਹੋਆ, ਫਿਰ ਦੁਨੀਆ ਦਾ ਕੋਈ ਵੀ ਤਾਕਤ ਮੇਰਾ ਵਾਲ ਨਹੀਂ ਵਿੰਗਾ ਕਰ ਸਕਦੀ, ਕਿਉਂਕਿ ਮੇਰੇ ਕੋਲ ਮੇਰਾ ਆਪਣਾ ਕੁਝ ਹੈ ਹੀ ਨਹੀਂ। ਹੁਣ ਮੈਨੂੰ ਇਹ ਸਮਝ ਆ ਗਈ ਹੈ, ਇਹ ਸਭ ਕੁਝ ਪ੍ਰਮਾਤਮਾ ਹੀ ਕਰਾ ਰਿਹਾ ਹੈ। ਇਹ ਗੁਣ ਉਹਦੇ ਦਿੱਤੇ ਹੋਏ ਨੇ। ਜੇ ਕੋਈ ਦੁਨੀਆ ਮੈਨੂੰ ਮਾਣ ਕਰਦੀ ਹੈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਇਹ ਮੇਰਾ ਕੁਝ ਨਹੀਂ ਕੀਤਾ ਹੋਇਆ। ਜੇ ਸਲਾਹ ਰਿਹਾ ਹੈ ਕੋਈ ਤੇ ਇਹ ਪ੍ਰਮਾਤਮਾ ਜੀ ਤੁਹਾਡਾ ਕੋਈ ਗੁਣ ਜੀਵਨ 'ਚ ਹੈ ਜਿਹਦੇ ਕਰਕੇ ਮੇਰੀ ਸਿਫਤ ਕੀਤੀ ਜਾ ਰਹੀ ਹੈ, ਨਹੀਂ ਤੇ ਮੇਰੇ ਕੋਲ ਕੁਛ ਨਹੀਂ ਜਾਏਗਾ। ਹੁਣ ਜਿੱਦਣ ਇਹ ਗੱਲ ਸਿੱਖ ਨੂੰ ਸਮਝ ਆ ਜਾਂਦੀ ਹੈ, ਉਦਣ ਵਿੱਚੋਂ ਕੀ ਹੁੰਦਾ ਹੈ, ਮੈਲ ਧੁੱਪਣ ਲੱਗ ਪੈਂਦੀ ਹੈ। ਜਿਵੇਂ ਕੱਪੜਿਆਂ ਤੋਂ ਹੁਣ ਕੋਈ ਮਨੁੱਖ ਰੋਜ਼ ਪਾਵੇ ਕੱਪੜੇ ਤੇ ਲਿਆ ਕੇ ਕਿੱਲੀ ਤੇ ਟੰਗ ਦੇਵੇ, ਹੁਣ ਉਹਨੂੰ ਸਮਝ ਹੀ ਨਹੀਂ। ਜੇ ਉਹ ਇਸ ਵੱਲ ਧਿਆਨ ਨਾ ਦੇਵੇ, ਜੀ ਮੇਰੇ ਕੱਪੜੇ ਮੈਲੇ ਹੋ ਗਏ ਨੇ, ਹੁਣ ਉਹਦੇ ਵਿੱਚੋਂ ਬਦਬੂ ਆਉਣ ਲੱਗ ਪਵੇ ਇੱਕ ਦਿਨ, ਤੇ ਤਾਂ ਵੀ ਨਾ ਉਹ ਧੋਵੇ। ਤੇ ਇੱਕ ਦਿਨ ਕਿਤੇ ਕਿਸੇ ਨੇ ਕਹਿ ਦਿੱਤਾ ਵੀ ਤੇਰੀ ਜਿਹੜੀ ਕਮੀਜ਼ ਇੰਨੀ ਬਦਬੂਦਾਰ ਹੋ ਗਈ ਹੈ, ਬਦਬੂ ਆਉਣ ਲੱਗ ਪਈ ਹੈ, ਮੈਲੀ ਹੋ ਗਈ ਹੈ, ਇਹਨੂੰ ਧੋ ਲਾ ਕਿਤੇ। ਉਦਣ ਸਮਝ ਪਈ ਵੀ ਧੋਈ ਦੀ ਵੀ ਹੈ ਕਮੀਜ਼। ਇਵੇਂ ਹੀ ਗੁਰਮਤ ਕੀ ਕਰਦੀ ਹੈ। ਸਤਿਗੁਰੂ ਜੀ ਕਹਿੰਦੇ ਤੂੰ ਨਿਤ ਮੈਂ ਦੀ ਮੈਲ ਆਪਣੇ ਅੰਦਰ ਇੰਨੀ ਕੁ ਕਾਲੀ ਕਰ ਲਈ ਹੈ। ਭਾਈ ਗੁਰਦਾਸ ਜੀ ਨੇ ਨਾ ਇੱਕ ਉਦਾਹਰਨ ਦਿੱਤੀ ਹੈ, ਕਹਿੰਦੇ ਜਿਹੜਾ ਤੇਲੀ ਹੁੰਦਾ ਨਾ ਪੁਰਾਤਨ ਸਮੇਂ 'ਚ, ਅੱਜ ਵੀ ਜਿਨ੍ਹਾਂ ਨੂੰ ਪਤਾ ਹੋਵੇ, ਜਿੱਥੇ ਆਇਲ ਕੱਢਿਆ ਜਾਂਦਾ ਰਿਫਾਈਨਰੀ, ਜਿੱਥੇ ਉਹਨੂੰ ਅੱਜ ਦੇ ਸ਼ਬਦਾਂ 'ਚ ਆਪਾਂ ਰਿਫਾਈਨਰੀ ਕਹਿ ਲੈਂਦੇ ਹਾਂ, ਪੁਰਾਤਨ ਸ਼ਬਦਾਂ ਵਿੱਚ ਉਹਨਾਂ ਨੂੰ ਕੋਹਲੂ ਕਿਹਾ ਜਾਂਦਾ ਸੀ। ਤੇ ਉਹ ਤੇਲੀ ਕੀ ਕਰਦਾ ਸੀ, ਤੇ ਉਹ ਕੋਹਲੂ ਦੇ ਵਿੱਚੋਂ ਤੇਲ ਕੱਢਦਾ ਸੀ। ਅੱਜ ਵੀ ਪਿੰਡਾਂ ਵਿੱਚ ਜਿਹੜੇ ਰਹਿਣ ਵਾਲੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਸਰੋਂ ਦਾ ਤੇਲ ਆਪਾਂ ਕਢਾਉਂਦੇ ਹਾਂ ਜਾਂ ਤਿਲਾਂ ਦਾ ਤੇਲ ਕਢਾਉਂਦੇ ਹਾਂ, ਤੇ ਉਸ ਕੋਹਲੂ ਦੇ ਲਾਗੇ ਇੱਕ ਕੱਪੜਾ ਪਿਆ ਹੁੰਦਾ। ਉਸ ਕੱਪੜੇ ਦੇ ਨਾਲ ਉਹ ਤੇਲੀ ਜਿਹੜਾ ਹੈ ਕਿ ਉਹ ਕੋਹਲੂ ਨੂੰ ਸਾਫ਼ ਕਰਦਾ ਜਾਂਦਾ। ਇੱਕ ਦਿਨ ਉਸ ਕੱਪੜੇ ਦੇ ਵਿੱਚ ਤੰਦ ਮੈਲ ਪੈ ਜਾਂਦੀ ਹੈ। ਉਹਨੂੰ ਜਿੰਨਾ ਮਰਜ਼ੀ ਧੋਵੋ, ਜਿੰਨਾ ਮਰਜ਼ੀ ਤੁਸੀਂ ਉਹਨੂੰ ਨਖੇਰ ਲਓ, ਉਹਨੇ ਨਿਖਰਨਾ ਨਹੀਂ, ਕਿਉਂਕਿ ਉਹਦੇ ਅੰਦਰ ਤੰਦ ਮੈਲ ਬਣ ਗਈ ਹੈ। ਇਵੇਂ ਹੀ ਮਨੁੱਖ ਦਾ ਜਿਹੜਾ ਮਨ ਰੂਪੀ ਕੱਪੜਾ ਵਾ ਨਾ, ਜੇ ਇਹਦੇ ਉੱਪਰ ਨਿਤ ਗੁਰੂ ਸ਼ਬਦ ਰੂਪੀ ਸਾਬਣ ਲੱਗਦਾ ਰਵੇ ਤੇ ਇਹ ਧੁੱਪਦਾ ਜਾਵੇਗਾ, ਅੰਦਰੋਂ ਮੈਲ ਨਿਕਲਦੀ ਜਾਵੇਗੀ। ਪਰ ਜੇ ਮਨੁੱਖ ਗੁਰਮਤ ਦੇ ਸਾਬਣ ਨੂੰ ਨਾ ਪ੍ਰਯੋਗ ਕਰੇ ਤੇ ਇਹਦੇ ਉੱਪਰ ਨਿਤ ਮੈਲ ਚੜ੍ਹਦੀ ਜਾਊਗੀ। ਪਹਿਲਾਂ ਮਨੁੱਖ ਕਰਮ ਕਰਦਾ ਹੈ, ਫਿਰ ਕਰਮ ਤੋਂ ਸੰਸਕਾਰ ਬਣਦੇ ਨੇ, ਤੇ ਸੰਸਕਾਰ ਤੋਂ ਸੁਭਾਅ ਬਣ ਜਾਂਦਾ, ਜਿਹਨੂੰ ਹੈਬਿਟ ਕਹਿੰਦੇ ਨੇ। ਹੈਬਿਟ ਨੂੰ ਚੇਂਜ ਕਰਨਾ ਬੜਾ ਔਖਾ ਹੈ। ਤੁਸੀਂ ਕਿਸੇ ਮਨੁੱਖ ਨੇ ਕੋਈ ਕੰਮ ਕੀਤਾ ਹੈ, ਜਿਵੇਂ ਸਾਡਾ ਬੱਚਾ ਝੂਠ ਬੋਲਦਾ ਹੈ, ਅਸੀਂ ਰੋਕਤਾ ਉਹਨੂੰ, ਪੁੱਤਰ ਵੇ ਝੂਠ ਨਹੀਂ ਬੋਲਣਾ, ਇਹ ਉਹਦਾ ਪਹਿਲਾ ਕਰਮ ਸੀ, ਅਸੀਂ ਉਹਨੂੰ ਰੋਕਤਾ, ਉੱਥੇ ਉਹ ਸੰਸਕਾਰ ਬਣ ਤੋਂ ਰੁਕ ਗਿਆ। ਪਰ ਜਦੋਂ ਸੁਭਾਅ ਬਣ ਗਿਆ ਨਾ, ਤੁਸੀਂ ਫਿਰ ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲਓ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਇੱਕ ਪੰਕਤੀ ਕਹੀ, ਕਹਿੰਦੇ ਮਨਮੁਖ ਪੱਥਰ ਸੈਲ ਹੈ, ਤ੍ਰਿਗ ਜੀਵਨ ਫੀਕਾ, ਜਲ ਮੈਂ ਕੇਤਾ ਰਾਖੀਏ ਅਬ ਅੰਤਰ ਸੂਕਾ। ਕਹਿੰਦੇ ਮਨ ਦੀ ਮੱਤ ਪਿੱਛੇ ਲੱਗਣ ਵਾਲਾ ਮਨੁੱਖ ਇੱਕ ਦਿਨ ਪੱਥਰ ਵਰਗਾ ਕਠੋਰ ਹੋ ਜਾਂਦਾ ਹੈ। ਉਹ ਭਾਵੇਂ ਸਦੀਆਂ ਗੁਰੂ ਦੀ ਸੰਗਤ 'ਚ ਬੈਠਾ ਰਵੇ, ਪਰ ਅੰਦਰੋਂ ਉਹਦੇ ਕੌੜਾਪਨ ਨਹੀਂ ਰਹਿੰਦਾ ਹੈ, ਕਿਉਂਕਿ ਅੰਦਰ ਉਹਨੇ ਕਦੀ ਧੋਤਾ ਹੀ ਨਹੀਂ। ਉਮਰਾਂ ਲੰਘ ਗਈਆਂ ਨੇ ਕਈਆਂ ਦੀਆਂ ਗੁਰਦੁਆਰੇ 'ਚ ਬੈਠਿਆਂ ਦੀਆਂ, ਉਮਰਾਂ ਲੰਘ ਗਈਆਂ ਨੇ ਕਈਆਂ ਦੀ ਗੁਰਦੁਆਰੇ ਦੇ ਤਾਬਿਆਂ ਬਹਿ ਕੇ ਕਥਾ ਸੁਣਾਉਂਦਿਆਂ ਦੀਆਂ, ਉਮਰਾਂ ਲੰਘ ਗਈਆਂ ਨੇ ਲੰਗਰ ਦੇ ਵਿੱਚ ਜਾ ਕੇ ਝੂਠੇ ਬਰਤਨ ਮਾਂਜਦਿਆਂ ਦੀਆਂ, ਪਰ ਮਨ ਉਹ ਨਹੀਂ ਕੌੜਾ ਹੈ। ਜਿੱਥੇ ਕੱਲ੍ਹ ਖਲੋਤੇ ਸੀ ਅੱਜ ਵੀ ਉੱਥੇ ਹੀ ਖਲੋਤੇ ਆ, ਕਿਉਂਕਿ ਵਿੱਚੋਂ ਮੈਂ ਮੁੱਕੀ ਨਹੀਂ। ਇਸ ਮੈਂ ਨੇ ਕੀ ਕੀਤਾ ਹੈ, ਸਭ ਕੁਝ ਮੈਲਾ ਕਰਕੇ ਰੱਖ ਦਿੱਤਾ ਹੈ। ਤੇ ਸਤਿਗੁਰੂ ਕਹਿੰਦੇ ਮੈਂ ਵੇਖਦਾ ਪਿਆ ਮਨ ਮੇਰੇ ਹਉਮੈ ਮੈਲ ਪਰ ਨਾਲ, ਹੇ ਮੇਰੇ ਮਨ ਇਸ ਸੰਸਾਰ ਸਮੁੰਦਰ ਵਿੱਚ ਹਉਮੈ ਦੀ ਮੈਲ ਬਹੁਤ ਪ੍ਰਬਲ ਹੈ।
हर मनुख के मन ते चिंबड़ी पई है। हर मनुख के उपर इस माया ने, इस हौमे की मैल ने अपना प्रभाव पाया होया है। ते जिते हौमे आ ना, उत्थे परमात्मा के दर्शन नहीं हो सकते। उत्थे ते जात की हौमे आ किसी नूं, मैं जट होना जी, मैं जी फलानी जात का जी। गुरुद्वारे बन गए ने, ये जट्टां दा गुरुद्वारा, ये लबाणियां दा गुरुद्वारा, ये सैणियां दा गुरुद्वारा, ये रविदासियां दा गुरुद्वारा, ये कबीरपंथियां दा गुरुद्वारा। हद हो गई है। की प्रचार दे विच कमी है कि साडे अंदर असीं प्रचार नूं फॉलो ही नहीं कर रहे। असीं ते वो जात पात दे इहो जे गड़ कोड़ दे विच फस गए हाँ। सतगुरु ने एक कोड़ ला के साडे चों बाहर सुटिया सी। अज तुसीं इश्तिहार देखो, लड़के लड़कियां दे छपदे ने अखबारां दे विच, जट सिख अमृतधारी लड़के वास्ते जट सिख अमृतधारी गुरसिख लड़की की लोड़ है। हुण देखो भी जट सिख जदों शब्द जुड़ गया, मजहबी सिख जुड़ गया। हुण गुरमत की कहंदी है ते असीं की कर रहे हैं? क्योंकि साडे अंदर जिहड़ी मैं ना, आ जिहड़ी मैली हिरदे च बैठी है, इन्हें साडे अंदर ऐसा कबाड़ पैदा किया होया है कि साडी कोई मत काम ही नहीं करती। असीं नित प्रतिदिन इस विकारां दी दलदल विच धसदे जा रहे हैं। तो सब कहंदे मन मेरे हौमे मैल पर नाल, हे मेरे मन, संसार समुंदर विच नित हौमे दी मैल दे विच तू डुबदा जा रहा है। हर निर्मल सदा सोहना, शब्द सवारण हार। हर निर्मल, हर दा अर्थ है परमात्मा, निर्मल लल्ले थल्ले औंकड़ है, एक वचन परमात्मा दे नाल ये शब्द जुड़िया होने करके, इस करके औंकड़ है कि परमात्मा की गल चल रही है। परमात्मा की है? वो मैल रहता है, निर्मल, उहदे उपर कोई मैल नहीं, सदा सोहना, वो सदा ही खूबसूरत है, सदा ही निर्मल है। शब्द सवारण हार। हुण शब्द दद्दे नूं सिहारी है, शब्द दे राहीं गुरु दे शब्द विच जुड़ के सवारनहार तू भी अपने आप नूं सोहना बना सकदा है। समुची पंक्ति दे अर्थ ने परमात्मा जी, वाहिगुरु जी इस मैल तो बिना हन, उन्हां उत्ते हौमे दी कोई मैल नहीं है। इस वास्ते वो बहुत खूबसूरत, बहुत सोहणे ने, पूर्ण निर्मल ने। वो निर्मल परमात्मा जीवां नूं गुरु दे शब्द विच जोड़ के सोहना बनाउणा चाहुंदा है। परिपूर्ण परमात्मा जी चाहुंदे ने कि ये मनुख गुरु शब्द विच जुड़े, गुरु की मत नूं अपने जीवन दे विच वसावे ते गुरु की मत ते चल के अपने आप नूं खूबसूरत कर लवे। किहड़ी खूबसूरती? शरीर दी नहीं, इहदे अंदर खूबसूरत विचार पैदा होण, इहदे अंदर सोहणे ख्यालात पैदा होण, जो इहदे अंदर निर्मलताई लैके आउण, पवित्रता लैके आउण, इहदे अंदर दी मिठास लैके आउण। कहंदे ये सब कुछ होवेगा जदों तू गुरु शब्द विच जुड़ेगा। गुरु दे शब्द विच जुड़ के हे भाई तू गुरु जी दे ज्ञान दे नाल अपने आप नूं परमात्मा वर्गा खूबसूरत, निर्मल ते सोहना बना सकदा है, उहदे वांगू पवित्र कर सकदा है। ये जतन तैनूं प्रारंभ करना पवेगा, तैनूं तुरना पवेगा गुरु दे दसे मार्ग ते, गुरु दे दसे रस्ते ते, क्योंकि वो परमात्मा बहुत खूबसूरत, बहुत सोहना है। इसे करके शिव जी बाणी च कहंदे सेई सुंदर सोहणे साध संग जिन बैणे। सब कहंदे मैं उन्होंने खूबसूरत नहीं मानता। एक खूबसूरत एक पक्ष हो सकता है, जै सिर चुंच सवारे पाग, पग बड़ी तिखी नोक नाल बन्नी है, बड़े महंगे ब्रांडेड कपड़े पाए ने, हर वक्त अपने कोट नूं झाड़दा फिरदा है। मैं जी आ 15,000 का कोट पाया, 1 लाख का कोट पाया। सतगुरु कहंदे जदों अंदर झाती मार के वेखी ना, लखां दे कोट विच कौडियां दा बंदा नज़र नहीं आया। कहंदे महंगे कपड़े ब्रांडेड पा के अपने आप नूं राजा घुआउण वाला, जदों नेड़े जाके वेखिया अंदर कौडियां दी विचार नहीं, अंदर इन्ने गंदे ख्याल, इन्ने अंदर गंदे मैले विचार, जिवें बाहरों ते सोने का किसी ने डब्बा होवे ते जदों अंदर खोल के वेखिया ते बास मारदा, सड़ियाद मारदी अंदर गंदगी पई है। अवेहा हाल इस मनुख दा है। बाहरों ब्रांडेड कपड़े पा के, चुंच वर्गियां पग्गां बन के, बड़े धार्मिक लिबास बाणे पा के, बड़ा अपने आप नूं खूबसूरत बनदा
ਢੋਗ ਢਵੰਚ ਬਣਾ ਕੇ ਬੈਠਾ ਹੈ। ਪਰ ਸਤਿਗੁਰੂ ਕਹਿੰਦੇ ਜਦੋਂ ਅੱਗੇ ਹੋ ਕੇ ਇਹਦਾ ਡੱਬਾ ਖੋਲ ਕੇ ਵੇਖਿਆ ਨਾ, ਅੰਦਰ ਇਤਨੀ ਮੈਲ ਭਰੀ ਪਈ ਹੈ, ਇਤਨੀ ਗੰਦਗੀ ਭਰੀ ਪਈ ਹੈ ਕਿ ਗੰਦੇ ਖਿਆਲਾਂ ਤੋਂ ਬਿਨਾਂ ਹੋਰ ਕੁਝ ਵੀ ਕੋਲ ਨਹੀਂ। ਕੀ ਕਰਾਂਗੇ ਇਸ ਮਨੁੱਖ ਦਾ? ਸਾਹਿਬ ਕਹਿੰਦੇ ਇਸ ਕਰਕੇ ਸਿੱਖਾ, ਗੁਰਮਤ ਇਹ ਨਹੀਂ ਕਹਿੰਦੀ ਕਿ ਤੂੰ ਬ੍ਰਾਂਡਡ ਕੱਪੜੇ ਪਾ, ਗੁਰਮਤ ਕਹਿੰਦੀ ਤੂੰ ਆਪ ਬ੍ਰਾਂਡ ਬਣ ਜਾ। ਤੇਰਾ ਬ੍ਰਾਂਡ ਕੀ ਹੈ? ਅਕਾਲ ਪੁਰਖ। ਤੂੰ ਅਕਾਲ ਪੁਰਖ ਵਾਹਿਗੁਰੂ ਦਾ ਪੁੱਤਰ ਆ। ਜਦੋਂ ਤੇਰੇ ਨਾਲ ਬਵੇ ਕੋਈ, ਸਿੱਖ ਦੇ ਨਾਲ ਕੋਈ ਬਵੇ, ਤੇ ਸਿੱਖ ਦੇ ਅੰਦਰੋਂ ਕੀ ਨਿਕਲੇ? ਗੁਣਾ ਕਾ ਹੋਵੇ ਵਾਸੁਲਾ ਕੜਵਾਸ ਲੀਜੈ। ਜਿਵੇਂ ਪਰਫਿਊਮ ਦੀ ਡੱਬੀ ਖੋਲੀ ਦੀ ਆ ਨਾ, ਤੇ ਉਹਦੇ ਵਿੱਚੋਂ ਖੁਸ਼ਬੂ ਨਿਕਲਦੀ ਹੈ। ਸਿੱਖਾ ਐਵੇਂ ਜਿਵੇਂ ਤੇਰੇ ਕੋਲ ਕੋਈ ਬਵੇ, ਜਦੋਂ ਤੇਰੇ ਵਿੱਚੋਂ ਖੁਸ਼ਬੂ ਗੁਣਾ ਦੀ ਨਿਕਲੇ, ਤੇਰੇ ਚੰਗੇ ਕਿਰਦਾਰ ਤੇ ਪ੍ਰੇਮ ਦੀ ਨਿਕਲੇ, ਦੁਨੀਆ ਆਸ਼ ਆਸ਼ ਕਰ ਉੱਠੇ। ਇਹ ਧੰਨਿਆ ਗੁਰੂ ਨਾਨਕ ਪਾਤਸ਼ਾਹ ਤੂੰ, ਇਹ ਧੰਨਿਆ ਤੇਰੇ ਵਿਚਾਰ, ਧੰਨਿਆ ਤੇਰੀ ਗੁਰਮਤ, ਤੇ ਧੰਨਿਆ ਤੇਰੀ ਮੱਤ ਤੇ ਚੱਲਿਆ ਇਹ ਸਿੱਖ, ਜਿਹਦੇ ਵਿੱਚ ਇੰਨਾ ਪਿਆਰ, ਇੰਨੀ ਸਹਿਣਸ਼ੀਲਤਾ, ਇੰਨੀ ਮਿਠਾਸ ਆ। ਇਹ ਸਭ ਕੁਝ ਮੁਬਾਰਕ ਆ ਗੁਰੂ ਦੇ ਸ਼ਬਦ ਤੇ ਤੁਰ ਕੇ। ਤੋ ਸਾਹਿਬ ਜੀ ਇਹ ਰਾਹੋਂ ਦਾ ਬੰਦ ਆ, ਤੇ ਪਹਿਲੇ ਬੰਦ ਵਿੱਚ ਕਿਰਪਾ ਕਰ ਰਹੇ ਨੇ, ਆਪਣਾ ਭਉ ਤਿਨ ਪਾਇਓਨ ਜਿਨ ਗੁਰ ਕਾ ਸ਼ਬਦ ਵਿਚਾਰ। ਆਪਣਾ ਭਉ ਦਾ ਅਰਥ ਹੈ, ਮੈਂ ਬਾਰ-ਬਾਰ ਧਿਆਨ ਇੱਥੇ ਤੁਹਾਡਾ ਦਿਵਾਉਣਾ ਚਾਹੁੰਦਾ, ਭੱਬੇ ਨੂੰ ਕੰਨਾ, ਊੜੇ ਨੂੰ ਔਂਕੜ, ਜਿੱਥੇ ਭਾਉ ਸ਼ਬਦ ਆਵੇਗਾ ਉਹਦਾ ਅਰਥ ਹੋਵੇਗਾ ਪ੍ਰੇਮ, ਤੇ ਜਿੱਥੇ ਭੱਬਾ ਤੇ ਊੜੇ ਨੂੰ ਔਂਕੜ ਸ਼ਬਦ ਆਵੇਗਾ ਉਹਦੇ ਅਰਥ ਹੋਣਗੇ ਡਰ। ਅਸੀਂ ਨਿਰਭਉ ਤੇ ਨਿਰਭਾਉ ਦੋਵਾਂ ਸ਼ਬਦਾਂ ਨੂੰ ਕਈ ਵਾਰੀ ਨਹੀਂ ਸਮਝ ਪਾਉਂਦੇ। ਅਸੀਂ ਮੂਲ ਮੰਤਰ ਸਾਹਿਬ ਦੇ ਵਿੱਚ ਅਕਸਰ ਨਿਰਭਉ ਕਹਿ ਜਾਂਦੇ ਹਾਂ, ਜਦ ਕਿ ਉੱਥੇ ਸ਼ਬਦ ਨਿਰਭਉ ਹੈ। ਨਿਰਭਉ ਹੈ, ਨਿਰਭਉ ਦਾ ਅਰਥ ਹੈ ਨਿਡਰ। ਹੁਣ ਇੱਥੇ ਸ਼ਬਦ ਆ, ਆਪਣਾ ਭਉ ਤਿਨ ਪਾਇਓਣ, ਆਪਣਾ ਡਰ ਤਿਨ ਪਾਇਓਣ। ਪਾਇਓਣ ਉਸ ਪਰਮਾਤਮਾ ਨੇ ਇਸ ਸੰਸਾਰ ਦੇ ਲੋਕਾਂ ਵਿੱਚ ਪਾਇਆ ਹੈ, ਜਿਨ ਗੁਰ ਕਾ ਸ਼ਬਦ ਵਿਚਾਰ। ਸਭ ਕਹਿੰਦੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੇ ਆਪਣਾ ਡਰ, ਆਪਣਾ ਅਦਬ ਉਹਨਾਂ ਬੰਦਿਆਂ ਦੇ ਹਿਰਦੇ ਵਿੱਚ ਪਾ ਦਿੱਤਾ ਹੈ, ਜਿਨ੍ਹਾਂ ਨੇ ਕੀ ਕੀਤਾ ਹੈ? ਜਿਨ ਗੁਰ ਕਾ ਸ਼ਬਦ ਵਿਚਾਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਮੁਤਾਬਕ ਆਪਣੀ ਮਤ ਤੋਰ ਲਈ ਹੈ ਤੇ ਆਪਣੇ ਸੋਚ ਮੰਡਲ ਨੂੰ ਨਿਰਮਲ ਕਰ ਲਿਆ ਹੈ। ਉਹ ਫਿਰ ਸੰਸਾਰ ਤੋਂ ਨਹੀਂ ਡਰਦੇ, ਉਹ ਇਹ ਦੁਨਿਆਵੀ ਰਾਜਿਆਂ ਤੋਂ ਨਹੀਂ ਡਰਦੇ, ਉਹ ਡਰਦੇ ਨੇ ਪਰਮਾਤਮਾ ਤੋਂ। ਹਜੇ ਅਸੀਂ ਪਤਾ ਗੁਨਾਹ ਕਿਉਂ ਨਹੀਂ ਕਰਦੇ? ਵੀ ਕਾਨੂੰਨ ਕੀ ਕਹੂਗਾ। ਮੌਕਾ ਮਿਲਣਾ ਚਾਹੀਦਾ ਹੈ, ਕਿਸੇ ਨੂੰ ਮੌਕਾ ਮਿਲ ਜਾਵੇ ਵੀ ਕਿਸੇ ਦਾ ਕੋਈ ਸਮਾਨ ਪਿਆ ਲੱਖਾਂ ਡਾਲਰਾਂ ਦਾ, ਉਹ ਚੁੱਕ ਕੇ ਲੈ ਜਾਵੇਗਾ, ਮੌਕਾ ਮਿਲਣਾ ਚਾਹੀਦਾ ਹੈ ਨਾ। ਪਰ ਗੁਰਮਤ ਕੀ ਹੈ? ਕਿਸੇ ਦਾ ਕੋਈ ਸਮਾਨ ਪਿਆ ਉੱਥੇ ਦਾ ਉੱਥੇ ਹੀ ਪਿਆ ਹੈ, ਕਿਉਂਕਿ ਉਹਨੂੰ ਇਹ ਦਿਖ ਰਿਹਾ ਹੈ ਵੀ ਪਰਮਾਤਮਾ ਤੇ ਮੈਨੂੰ ਵੇਖ ਰਿਹਾ ਨਾ, ਉਹ ਮੈਨੂੰ ਹਾਜ਼ਰ ਨਾਜ਼ਰ ਤੱਕ ਰਿਹਾ। ਜੇ ਮੈਂ ਕਿਸੇ ਨਾਲ ਚੋਰੀ ਕਰ ਰਿਹਾ, ਕਿਸੇ ਨੂੰ ਧੋਖਾ ਦੇ ਰਿਹਾ, ਕਿਸੇ ਨਾਲ ਫਰੇਬ ਕਰ ਰਿਹਾ, ਕਿਸੇ ਦੇ ਭੋਜਨ ਵਿੱਚ ਮਿਲਾਵਟ ਕਰ ਰਿਹਾ, ਇਹ ਪਰਮਾਤਮਾ ਤੇ ਮੈਨੂੰ ਵੇਖ ਰਿਹਾ ਹੈ। ਇਹ ਜੋ ਮੈਂ ਕਰ ਰਿਹਾ ਇਹਦਾ ਮੈਨੂੰ ਸਜ਼ਾ ਮਿਲਣੀ ਹੈ। ਸਾਹਿਬ ਕਹਿੰਦੇ ਜਿਹੜਾ ਗੁਰੂ ਦੀ ਮੱਤ ਤੇ ਤੁਰਨ ਵਾਲਾ ਗੁਰੂ ਦਾ ਸਿੱਖ ਆ ਨਾ, ਉਹ ਦੁਨੀਆ ਤੋਂ ਨਹੀਂ ਡਰਦਾ, ਇਹ ਦੁਨੀਆ ਰਜਵਾੜਿਆਂ ਤੋਂ ਨਹੀਂ ਡਰਦਾ। ਉਹਦੇ ਅੰਦਰੋਂ ਇਹ ਸਾਰੇ ਡਰ ਮੁੱਕ ਜਾਂਦੇ ਨੇ। ਸਿਰਫ ਇੱਕ ਡਰ ਰਹਿੰਦਾ ਹੈ, ਉਹ ਡਰ ਕਾਹਦਾ ਹੈ? ਪਰਮਾਤਮਾ ਦਾ। ਆਪਣਾ ਭਉ ਤਿਨ ਪਾਇਓਨ ਜਿਨ ਗੁਰ ਕਾ ਸ਼ਬਦ ਵਿਚਾਰ। ਐਸੇ ਗੁਰੂ ਕੇ ਸਿੱਖਾਂ ਦੇ ਹਿਰਦੇ ਦੇ ਵਿੱਚ ਪਰਿਪੂਰਨ ਪਰਮਾਤਮਾ ਦਾ ਪਿਆਰਾ ਨਿਰਮਲ ਅਦਬ ਰੂਪੀ ਡਰ ਵਸ ਜਾਂਦਾ ਹੈ। ਉਹ ਫਿਰ ਸਦਾ ਗੁਰੂ ਦੀ ਸ਼ਬਦ ਦੀ ਵਿਚਾਰ ਦੇ ਰਾਹੀਂ ਹਾਜ਼ਰ ਨਾਜ਼ਰ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੇਖਦੇ ਹੋਏ ਆਪਣੀ ਸੋਚ ਮੰਡਲ ਨੂੰ, ਆਪਣੇ ਖਿਆਲਾਂ ਨੂੰ, ਆਪਣੇ ਵਿਚਾਰਾਂ ਦੇ ਫੁਰਨਿਆਂ ਦੇ ਵਿਚਾਰਾਂ ਨੂੰ ਨਿਰਮਲ ਕਰ ਲੈਂਦੇ ਨੇ। ਉਹਨਾਂ ਦੇ ਅੰਦਰੋਂ ਫਿਰ ਵਿਕਾਰਾਂ ਦੇ ਫੁਹਾਰੇ ਨਹੀਂ ਫੁੱਟਦੇ, ਚੰਗੇ ਖਿਆਲਾਂ ਦੇ, ਭਲੇ ਦੇ, ਪਵਿੱਤਰਤਾ ਦੇ ਖਿਆਲ ਫੁੱਟਦੇ ਹਨ। ਸਤ ਸੰਗਤੀ ਸਦਾ ਮਿਲ ਰਹਿ ਸੱਚੇ ਕੇ ਗੁਣਸਾਰ। ਐਸੇ ਜਿਹੜੇ ਗੁਰੂ ਦੀ ਮੱਤ ਤੇ ਤੁਰਨ ਵਾਲੇ ਜਿਹੜੇ ਗੁਰਮੁਖ ਪਿਆਰੇ ਨੇ, ਉਹ ਨਿਤ ਗੁਰੂ ਸ਼ਬਦ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਸਤ ਸੰਗਤ ਦੇ ਵਿੱਚ ਜੁੜੇ ਰਹਿੰਦੇ ਹਨ, ਨਿਤ ਮਿਲੇ ਰਹਿੰਦੇ ਹਨ। ਸੱਚੇ ਕੇ ਗੁਣਸਾਰ, ਸਾਰ ਦਾ ਅਰਥ ਆ ਸੰਭਾਲਣਾ, ਸੰਭਾਲ ਕੇ
ਸਾਰ ਦਾ ਅਰਥ ਆ ਸੰਭਾਲ ਕੇ, ਹਿਰਦੇ ਦੇ ਵਿੱਚ ਸੰਭਾਲ ਕੇ ਰੱਖਣਾ। ਸਾਹਿਬ ਜੀ ਕਹਿੰਦੇ ਗੁਰੂ ਦੀ ਮੱਤ ਤੇ ਤੁਰਨ ਵਾਲੇ, ਫਿਰ ਜਿਹੜੇ ਗੁਰੂ ਕੇ ਸਿੱਖ ਨੇ, ਉਹ ਸਦਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤ ਸੰਗਤ ਵਿੱਚ ਜੁੜੇ ਰਹਿੰਦੇ ਹਨ। ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ। ਤੇ ਉਹਨਾਂ ਦੇ ਹਿਰਦੇ ਘਰ ਦੇ ਵਿੱਚ ਸਦਾ ਵਾਸਤੇ ਪ੍ਰਮਾਤਮਾ ਦੇ ਪਿਆਰੇ ਗੁਣ ਵਸ ਜਾਂਦੇ ਹਨ, ਟਿਕ ਜਾਂਦੇ ਹਨ। ਦੁਬਿਧਾ ਮੈਲ ਚੁਕਾਇਨ ਹਰ ਰਾਖਿਆ ਉਰ ਧਾਰ। ਦੁਬਿਧਾ ਦਾ ਅਰਥ ਹੈ ਦੋ ਚਿੱਤੀ, ਦੋ ਚਿੱਤਾਂ ਦੇ ਵਿੱਚ ਜੀਵਨ ਜਿਉਣਾ। ਜਿਵੇਂ ਆਪਾਂ ਕਿਸੇ ਚੌਂਕ 'ਚ ਖਲੋਤੇ ਆ, ਮਨ ਕਵੇ ਇੱਧਰ ਨੂੰ ਜਾਣਾ ਕਿ ਉੱਧਰ ਨੂੰ ਜਾਣਾ, ਇਵੇਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਹਰ ਪਲ ਹਰ ਘੜੀ ਦੋ ਚਿੱਤਾਂ ਵਿੱਚ ਵਰਤਦੇ ਹਾਂ। ਆਹ ਕਰਾਂ ਕਿ ਨਾ ਕਰਾਂ, ਇੱਕ ਫੈਸਲਾ ਜ਼ਿੰਦਗੀ ਦਾ ਨਹੀਂ ਲੈ ਪਾਉਂਦੇ। ਤੇ ਸਾਡੇ ਜਦੋਂ ਮੱਤ ਪਿੱਛੇ ਲੱਗ ਕੇ ਫੈਸਲੇ ਅਸੀਂ ਲੈਂਦੇ ਹਾਂ, ਉਹ ਫੈਸਲੇ ਹਮੇਸ਼ਾ ਗਲਤ ਹੁੰਦੇ ਨੇ। ਕਿਉਂਕਿ ਜੇ ਬੁੱਧ ਚੰਗੀ ਨਹੀਂ, ਚੰਗੀ ਬੁੱਧ ਚੋਂ ਕਦੀ ਵੀ ਫੈਸਲਾ ਚੰਗਾ ਨਹੀਂ ਆਵੇਗਾ। ਪਰ ਜੇ ਬੁੱਧ ਗੁਰੂ ਦੀ ਮੱਤ ਤੇ ਚੱਲੀ ਹੈ, ਦੀਜੈ ਬੁੱਧ ਵਿਵੇਕਾਂ ਵਾਲੀ ਅਵਸਥਾ ਤੇ ਹੈ, ਗਿਆਨ ਤੇ ਸਮਝ ਗੁਰੂ ਦਾ ਉਪਦੇਸ਼ ਜੀਵਨ 'ਚ ਹੈ, ਫਿਰ ਇਸ ਬੁੱਧ ਵਿੱਚੋਂ ਜਿਹੜਾ ਫੈਸਲਾ ਹੋਵੇਗਾ ਨਾ, ਉਹ ਚੰਗਾ ਹੋਵੇਗਾ, ਉਹ ਫੈਸਲਾ ਕਦੀ ਗਲਤ ਨਹੀਂ ਹੋਵੇਗਾ। ਤੋ ਸਾਹਿਬ ਕਹਿੰਦੇ ਦੁਬਿਧਾ ਮੈਲ ਚੁਕਾਈਨ ਹਰ ਰਾਖਿਆ ਉਰ ਧਾਰ। ਪਰਿਪੂਰਨ ਪਰਮਾਤਮਾ ਜੀ ਨੇ ਪਤਾ ਕੀ ਕੀਤਾ ਹੈ, ਉਹਨਾਂ ਨੇ ਮੇਰੇ ਜੀਵਨ ਦੇ ਵਿੱਚੋਂ ਦੋ ਚਿੱਤੀ ਦੁਬਿਧਾ ਜਿਹੜੀ ਹੈ ਨਾ, ਇਹਦੀ ਮੈਲ ਦੂਰ ਕਰ ਦਿੱਤੀ ਹੈ। ਤੇ ਹੁਣ ਸਦਾ ਵਾਸਤੇ ਇੱਕ ਭਰੋਸਾ ਅਟੱਲ ਵੱਜ ਗਿਆ ਹੈ ਕਿ ਪਰਮਾਤਮਾ ਮੇਰੇ ਹਾਜ਼ਰ ਨਾਜ਼ਰ ਹੈ। ਮੈਂ ਕੇਵਲ ਤਾਂ ਕੇਵਲ ਹੱਥ ਪਰਮਾਤਮਾ ਅੱਗੇ ਫੈਲਾਉਣਾ ਹੈ। ਕਿਸੇ ਸੰਸਾਰੀ ਮਨੁੱਖ ਦੇ ਪੈਰਾਂ ਵਿੱਚ ਮੈਂ ਸਜਦਾ ਨਹੀਂ ਕਰਨਾ, ਕਿਸੇ ਸੰਸਾਰੀ ਮਨੁੱਖ ਦੀ ਮੈਂ ਟੇਕ ਨਹੀਂ ਧਰਨੀ। ਪਹਿਲਾਂ ਇਹ ਨਜ਼ਰ ਆਉਂਦਾ ਸੀ ਕਿ ਸ਼ਾਇਦ ਇਹ ਸੰਸਾਰੀ ਮਨੁੱਖ ਮੇਰੀ ਹੱਥ ਫੜ ਲੈਣਗੇ ਤੇ ਮੈਨੂੰ ਪਾਰ ਲੰਘਾ ਦੇਣਗੇ। ਪਰ ਹੁਣ ਜਦੋਂ ਦਾ ਗੁਰੂ ਸ਼ਬਦ ਨਾਲ ਜੁੜਿਆ ਹਾਂ, ਗੁਰੂ ਦੀ ਮੱਤ ਤੋਂ ਇਹ ਗੱਲ ਸਮਝ ਆ ਗਈ ਹੈ, ਇਹ ਦੁਚਿੱਤੀ ਦੀ ਮੈਲ ਧੁੱਪ ਗਈ ਹੈ। ਹੁਣ ਪੂਰਨ ਦ੍ਰਿੜ ਇਰਾਦਾ ਤੇ ਭਰੋਸਾ ਇਹ ਬਣ ਗਿਆ ਹੈ, ਹਰ ਰਾਖਿਆ ਉਰ ਧਾਰ। ਹੇ ਪਰਿਪੂਰਨ ਪਰਮਾਤਮਾ ਜੀ, ਕੇਵਲ ਤੁਸੀਂ ਹੀ ਹੋ ਜੋ ਸਦਾ ਮੇਰੇ ਅੰਗ ਸੰਗ ਹੋ, ਤੁਸੀਂ ਹੀ ਮੇਰੇ ਵਾਸਤੇ ਹਮੇਸ਼ਾ ਚੰਗਾ ਸੋਚਦੇ ਹੋ। ਕਿਰਪਾ ਕਰੋ ਮੈਂ ਤੁਹਾਡੇ ਉੱਤੇ ਨਿਰਭਰ ਹੋ ਜਾਵਾਂ। ਹੁਣ ਕਿਸੇ ਹੋਰ ਟੇਕ ਸੰਸਾਰੀਆਂ ਛੱਡ ਦਿੱਤੀਆਂ ਨੇ, ਇੱਕੋ ਇੱਕ ਟੇਕ ਹੈ ਤੁਹਾਡੀ, ਇੱਕੋ ਇੱਕ ਭਰੋਸਾ ਹੈ ਤੁਹਾਡਾ। ਕਿਉਂਕਿ ਮੈਂ ਤਾਨ ਦੀਵਾਨ, ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀਂ। ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਹਰ ਰਾਖਿਆ ਉਰ ਧਾਰ। ਉਰ ਧਾਰ ਦਾ ਅਰਥ ਹੁੰਦਾ ਹਿਰਦੇ ਵਿੱਚ ਧਾਰ ਕੇ ਰੱਖਣਾ। ਧਾਰ ਦਾ ਅਰਥ ਹੁੰਦਾ, ਆਪਾਂ ਕਹਿੰਦੇ ਨਾ, ਆਪਾਂ ਇਹ ਬਚਨ ਕਹਿੰਦੇ ਆ ਕਈ ਵਾਰੀ, ਮੈਂ ਧਾਰ ਲਿਆ ਹੁਣ ਇਹ ਗੱਲ ਨੂੰ ਕਿ ਵੀ ਮੈਂ ਹੁਣ ਇੱਧਰਲੇ ਬੰਨੇ ਜਾਣਾ ਨਹੀਂ। ਧਾਰ ਲਿਆ ਦਾ ਅਰਥ ਆ ਹਿਰਦੇ ਵਿੱਚ ਪੂਰਨ ਤਰੀਕੇ ਨਾਲ ਇੱਕ ਫੈਸਲਾ ਕਰ ਲਿਆ ਹੈ। ਹੁਣ ਉਸ ਫੈਸਲੇ ਦੇ ਉੱਪਰ ਦੁਚਿੱਤੀ ਕੋਈ ਨਹੀਂ। ਆਪਣੇ ਚਿੱਤ 'ਚ ਪੁੱਛ ਕੇ ਵੇਖੀਏ ਕਿ ਅਸੀਂ ਇਹ ਫੈਸਲਾ ਕਰ ਪਾਏ ਆ। ਜੇ ਨਹੀਂ ਕਰ ਪਾਏ ਤੇ ਦੁਬਿਧਾ 'ਚ ਆ। ਫੈਸਲਾ ਕਰ ਲਈ ਅੱਜ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਜਾਣ ਬੁੱਝ ਕੇ ਸਾਡੇ ਅੰਦਰ ਦੋ ਚਿੱਤੀ ਦੋ ਖਿਆਲ ਪੈਦਾ ਕੀਤੇ ਜਾ ਰਹੇ, ਸਾਡੇ ਸਾਹਮਣੇ ਦੋ ਗੁਰੂ ਖੜੇ ਕੀਤੇ ਜਾ ਰਹੇ ਕਿ ਸਿੱਖ ਕਨਫਿਊਜ਼ ਰਵੇ। ਕਿਉਂਕਿ ਜਿੱਥੇ ਦੁਬਿਧਾ ਹੋਵੇਗੀ, ਜਿੱਥੇ ਕਨਫਿਊਜ਼ਨ ਹੋਵੇਗੀ, ਉੱਥੇ ਫੈਸਲਾ ਸਹੀ ਨਹੀਂ ਆਵੇਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸੇ ਕਰਕੇ ਆਪਣੇ ਜੀਵਨ ਕਾਲ ਦੇ ਵਿੱਚ ਸਿੱਖ ਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ। ਸਿੱਖ ਦਾ ਗੁਰੂ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਹੈ। ਜਿੱਦਣ ਮੇਰੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ, ਜਿੱਦਣ ਮੇਰੇ ਪਾਤਸ਼ਾਹ ਜੀ ਨੇ ਇਸ ਸੰਸਾਰ ਤੋਂ ਪ੍ਰਾਣ ਛੱਡੇ, ਉਦਣ ਵੀ ਕੋਲ ਬਿਠਾ ਕੇ ਗੁਰੂ ਦੀਆਂ ਸੰਗਤਾਂ ਨੂੰ ਦੇ ਵਿੱਚੋਂ ਹਰ ਇੱਕ ਦੁਚਿੱਤੀ, ਹਰ ਇੱਕ ਕਨਫਿਊਜ਼ਨ ਦੂਰ ਕਰਕੇ ਇੱਕ ਅਟਲ ਫੈਸਲਾ ਲੋਕਾਂ ਨੂੰ ਸੁਣਾਇਆ, ਸਿੱਖ ਸੰਗਤਾਂ ਨੂੰ। आज से गुरु ग्रंथ साहिब को अपना गुरु जानना, गुरु बौड़ी करेगा। केवल तां केवल धन साहिब गुरु ग्रंथ साहिब जी नूं गुरता गद्दी दित्ती। गुरु ग्रंथ साहिब जी नूं गुरु समझियो, गुरु ग्रंथ साहिब दे लड़ लगियो। तुहाडे फैसले, तुहाडी जिंदगी दी हर एक खुशी, तुहाडी जिंदगी दा हर एक प्रमाण तुहानूं गुरु ग्रंथ साहिब चों मिलेगा। फिर अज असीं किहड़े बन्ने तुरे हां? ਹੁਣ ਸਮਝ ਲਈਏ ਨਾ, ਜਾਣਬੁੱਝ ਕੇ ਦੁਬਿਧਾ ਪੈਦਾ ਕੀਤੀ ਜਾ ਰਹੀ ਨਾ, ਕਿਉਂਕਿ ਜਦੋਂ ਦੁਚਿੱਤੀਆਂ ਚੋਂ ਫੈਸਲੇ ਨਿਕਲਣਗੇ, ਉਹ ਲੜਾਈਆਂ ਝਗੜਿਆਂ ਦੇ ਹੋਣਗੇ। ਅੱਜ ਮੈਂ ਹੈਰਾਨ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ
ਲੱਗਣ ਵਾਲੇ ਸਿੱਖ ਬਾਰੇ ਕਿਹਾ ਜਾਂਦਾ ਹੈ ਜੀ ਸਾਡੇ ਨਾ ਆਪਸੀ ਮਤਭੇਦ ਨੇ, ਸਾਡੇ ਵਿਚਾਰ ਨਹੀਂ ਰਲਦੇ। ਹੋਵੇ ਗੁਰੂ ਨਾਨਕ ਦਾ ਇੱਕ ਰਹਿਬਰ ਹੋਵੇ, ਇੱਕ ਗੁਰੂ ਹੋਵੇ, ਇੱਕ ਗੁਰੂ ਦੇ ਸਿੱਖ ਹੋਈਏ ਤੇ ਸਾਡੇ ਵਿਚਾਰ ਨਾ ਰਲਣ, ਇਹਦਾ ਮਤਲਬ ਵੀ ਸਾਡੇ ਅੰਦਰ ਗੁਰਮਤ ਨਹੀਂ ਵਸੀ। ਕਿਉਂ ਨਹੀਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਗੁਰਮਤ ਨੂੰ ਸਮਝੀਏ, ਗੁਰਬਾਣੀ ਦੇ ਵਿੱਚੋਂ ਇਹ ਧਾਰ ਲਈਏ, ਇਹ ਟਿਕਾ ਲਈਏ ਆਪਣੇ ਮਨ ਵਿੱਚ ਗੱਲ ਕਿ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ, ਭਾਈ ਇੱਕੋ ਹੈ। ਸੱਚੀ ਬਾਣੀ ਗੁਰੂ ਅਮਰਦਾਸ ਸਾਹਿਬ ਜੀ, ਧੰਨ ਮੈਂ ਜਾਵਾਂ ਮੇਰੇ ਪਾਤਸ਼ਾਹ ਤੋਂ ਅੱਜ ਦੇ ਬਚਨਾਂ ਚੋਂ ਤੇ ਪੂਰੀਆਂ ਮੇਰੇ ਅੰਦਰ, ਮੈਂ ਤੇ ਆਪਣੇ ਤੇ ਭਰੋਸਾ ਗੁਰੂ ਤੇ ਕਰਕੇ ਕਹਿਣਾ ਕਿ ਮੇਰੇ ਅੰਦਰੋਂ ਤੇ ਅੱਜ ਦੇ ਗੁਰੂ ਦੇ ਸ਼ਬਦ ਦੇ ਨਾਲ ਮੇਰੇ ਸਾਰੇ ਸਵਾਲਾਂ ਦੇ ਜਵਾਬ ਮੇਰਾ ਪਾਤਸ਼ਾਹ ਦੇ ਰਿਹਾ। ਸੱਚੀ ਬਾਣੀ ਸੱਚ ਮਨ, ਸੱਚੇ ਨਾਲ ਪਿਆਰ। ਸੱਚੀ ਬਾਣੀ ਜਿਹੜੀ ਮੇਰੇ ਪਰਮਾਤਮਾ ਦੀ ਜਿਹੜੀ ਧੁਰਕੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੇ ਨਾ, ਇਹ ਸੱਚੀ ਬਾਣੀ ਹੈ। ਕਿਉਂਕਿ ਇੱਕੋ ਇੱਕ ਬਾਣੀ ਜੋ ਮੈਨੂੰ ਪਰਮਾਤਮਾ ਨਾਲ ਜੋੜਦੀ ਹੈ। ਦੁਨੀਆ ਦੇ ਵਿੱਚ ਵਾਹਿਦ ਸਿਰਫ ਤੇ ਸਿਰਫ ਗੁਰਬਾਣੀ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਆ, ਜੋ ਸਾਰੀ ਮਾਨਵਤਾ ਦੇ ਗੁਰੂ ਨੇ। ਇਹਦੇ ਵਿੱਚ ਕਿਤੇ ਵੇਦਾਂ ਪੁਰਾਣਾ ਵਾਂਗੂ ਇਹ ਨਹੀਂ ਲਿਖਿਆ ਵੀ ਬ੍ਰਹਮਾ ਵੱਡਾ ਹੈ ਜਾਂ ਬ੍ਰਾਹਮਣ ਵੱਡਾ ਹੈ, ਖੱਤਰੀ ਪੈਰ ਦੀ ਜੁੱਤੀ ਹੈ, ਸ਼ੂਦਰ ਪੈਰਾਂ ਦੇ ਵਿੱਚ ਰਹਿਣ ਵਾਲਾ ਨਾ। ਸਤਿਗੁਰੂ ਕਹਿੰਦੇ ਇਹ ਨਿਯਮ ਗੁਰੂ ਨਾਨਕ ਦੇ ਕਰਦਾ ਨਹੀਂ। ਇੱਥੇ ਸੱਚੀ ਬਾਣੀ ਹੈ, ਉਪਦੇਸ਼ ਚੌਂ ਵਰਨਾ ਕੋ ਸਾਂਝਾ, ਹਰ ਇੱਕ ਵਾਸਤੇ ਬਰਾਬਰ ਉਪਦੇਸ਼ ਆ, ਕੋਈ ਮੇਰ ਤੇਰ ਕੋਈ ਵੰਡ ਨਹੀਂ ਇਹਦੇ ਵਿੱਚ ਪਾਈ। ਇਸੇ ਕਰਕੇ ਇਹ ਸੱਚੀ ਬਾਣੀ ਸਦਾ ਥਿਰ ਪਰਮਾਤਮਾ ਦੀ ਸਿਫਤ ਸਲਾਹ ਦੀ, ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਇੱਕ ਇੱਕ ਸ਼ਬਦ ਸੱਚੇ ਨੇ, ਸੱਚੀ ਹੈ, ਸਿਧਾਂਤ ਗੁਰਮਤਿ ਦਾ ਸੱਚਾ ਹੈ, ਸੱਚ ਮਨ। ਤੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹ ਸੱਚੀ ਗੁਰੂ ਦੀ ਮੱਤ ਦੀ ਬਾਣੀ ਵਸ ਜਾਂਦੀ ਹੈ, ਉਹਨਾਂ ਦੇ ਮਨ ਵੀ ਸੱਚੇ ਹੋ ਜਾਂਦੇ ਨੇ, ਨਿਰਮਲ ਹੋ ਜਾਂਦੇ ਨੇ, ਮੈਲ ਤੋਂ ਰਹਿਤ ਹੋ ਜਾਂਦੇ ਨੇ। ਸੱਚੇ ਨਾਲ ਪਿਆਰ, ਫਿਰ ਉਹਨਾਂ ਦੇ ਜੀਵਨ ਦੇ ਵਿੱਚ ਜੇ ਕੋਈ ਪਿਆਰ ਦਾ ਕੋਈ ਸਰੋਤ ਰਹਿੰਦਾ ਹੈ, ਉਹ ਕੇਵਲ ਪਰਮਾਤਮਾ। ਉਹ ਫਿਰ ਮਨੁੱਖ ਨੂੰ ਇਹ ਸੋਚ ਕੇ ਪਿਆਰ ਨਹੀਂ ਕਰਦੇ ਕਿ ਭਾਈ ਆਹ ਮੇਰੇ ਬਰਾਬਰ ਦਾ ਹੈ, ਮੇਰੀ ਹੈਸੀਅਤ ਦਾ ਹੈ, ਆਹ ਜਿਹੜਾ ਮੇਰੇ ਤੋਂ ਵੱਡਾ ਹੈ, ਨਾ। ਉਹ ਫਿਰ ਇਹ ਸੋਚ ਕੇ ਪਿਆਰ ਕਰਦੇ ਨੇ ਵੀ ਇਹਦੇ ਵਿੱਚ ਵੀ ਮੇਰਾ ਰੱਬ ਵੱਸਦਾ ਹੈ। ਹਰ ਇੱਕ ਨਾਲ ਬਰਾਬਰ ਪਿਆਰ ਆ, ਉਸ ਪ੍ਰੇਮ ਦੇ ਵਿੱਚ ਕੋਈ ਮੇਰ ਤੇਰ ਨਹੀਂ ਹੈ। ਹਰ ਇੱਕ ਨਾਲ ਬਰਾਬਰ ਸਾਂਝ ਆ ਜੀਵਨ ਦੀ, ਹਰ ਇੱਕ ਨਾਲ ਬਰਾਬਰ ਜ਼ਿੰਦਗੀ ਦੇ ਵਿੱਚ ਜੋ ਕੁਝ ਹੈ ਵੰਡਿਆ ਬਰਾਬਰ ਆ। ਕਿਸੇ ਨਾਲ ਕੋਈ ਮੇਰ ਤੇਰ ਨਹੀਂ ਹੋਰ ਜੀਵਨ 'ਚ ਰਹੀ, ਕਿਉਂਕਿ ਸੱਚੀ ਬਾਣੀ ਸੱਚ ਮਨ, ਸੱਚੇ ਨਾਲ ਪਿਆਰ। ਮਨ ਮੇਰੇ ਹਉਮੈ ਮੈਲ ਭਰ ਨਾਲ, ਹੇ ਮੇਰੇ ਮਨ ਇਸ ਸੰਸਾਰ ਸਮੁੰਦਰ ਚੋਂ ਜੇ ਤਰਨਾ ਚਾਹੁੰਦਾ ਤੇ ਇਸ ਹਉਮੈ ਦੀ ਮੈਲ ਤੋਂ ਆਪਣੇ ਆਪ ਨੂੰ ਦੂਰ ਕਰ ਲਾ, ਕਿਉਂਕਿ ਇਹ ਸਾਰਾ ਸੰਸਾਰ ਇਸ ਹਉਮੈ ਦੀ ਮੈਲ ਨਾਲ ਭਰਿਆ ਪਿਆ ਹੈ। ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ। ਪਰਿਪੂਰਨ ਪਰਮਾਤਮਾ ਜੀ ਇਸ ਮੈਲ ਤੋਂ ਬਿਨਾਂ ਹਨ ਤੇ ਸਦਾ ਵਾਸਤੇ ਸੋਹਣੇ ਤੇ ਨਿਰਮਲ ਹਨ। ਤੇ ਪਰਮਾਤਮਾ ਜੀ ਚਾਹੁੰਦੇ ਹਨ ਮੈਨੂੰ ਮੰਨਣ ਵਾਲਾ ਜਿਹੜਾ ਗੁਰੂ ਦਾ ਸਿੱਖ ਆ, ਉਹ ਵੀ ਗੁਰੂ ਸ਼ਬਦ ਤੇ ਤੁਰੇ, ਗੁਰੂ ਦੀ ਮੱਤ ਤੇ ਚੱਲ ਕੇ ਆਪਣੇ ਆਪ ਨੂੰ ਸਵਾਰ ਲਵੇ, ਆਪਣੇ ਵਿੱਚੋਂ ਮੈਂ ਮੇਰੀ ਦੀ ਮੈਲ ਨੂੰ ਕੱਢ ਦੇਵੇ ਤੇ ਨਿਰਮਲ ਹੋ ਜਾਵੇ, ਪਵਿੱਤਰ ਹੋ ਜਾਵੇ। ਸੱਚਾ ਸ਼ਬਦ ਮਨ ਮੋਹਿਆ, ਪ੍ਰਭ ਆਪੇ ਲਏ ਮਿਲਾਏ। ਦੂਸਰਾ ਬੰਦਿਆ ਪਾਵਨ ਸ਼ਬਦ ਦਾ। ਸੱਚਾ ਸ਼ਬਦ, ਸੱਚੇ ਦੇ ਦਲਾਈਆਂ ਨੇ, ਸ਼ਬਦ ਦੇ ਨੂੰ ਸਿਆਰੀ ਹੈ। ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੀ, ਜਿਹੜੀ ਗੁਰੂ ਸ਼ਬਦ ਰੂਪੀ ਬਾਣੀ ਹੈ। ਮਨ ਮੋਹਿਆ, ਇਸ ਸਤਿਗੁਰੂ ਕੇ ਪਾਵਨ ਉਪਦੇਸ਼ਾਂ ਨੇ, ਗੁਰੂ ਦੀ ਮੱਤ ਨੇ, ਗੁਰੂ ਜੀ ਦੀ ਬਾਣੀ ਨੇ ਕੀ ਕੀਤਾ ਹੈ? ਮਨ ਮੋਹਿਆ, ਮੇਰੇ ਮਨ ਨੂੰ ਮੋਹ ਲਿਆ ਹੈ। ਪ੍ਰਭ ਆਪੇ ਲੈ ਮਿਲਾਏ, ਮੇਰੀ ਮਰਜ਼ੀ ਨਾਲ ਨਹੀਂ ਮੈਂ ਕੁਝ ਪ੍ਰਾਪਤ ਕੀਤਾ। ਕਿੰਨੇ ਬਚਨ ਪਿਆਰੇ ਨੇ। ਮਤਾਂ ਕਿਤੇ ਹਉਮੈ ਦੀ ਝਰੀਟ ਵੀ ਲਾਗਿਓ ਨੰਗੇ, ਇਹ ਮੈਂ ਨਹੀਂ ਕੁਝ ਕੀਤਾ। ਜੇ ਮੈਂ ਆਖਾਂ ਕਿ ਇਹ ਮੈਂ ਕਾ ਕੀਤਾ ਹੈ, ਨਹੀਂ। ਹੇ ਪ੍ਰਭੂ ਜੀ, ਇਹ ਸੋਹਣੀ ਸੱਚੀ ਬਾਣੀ, ਪਵਿੱਤਰ ਬਾਣੀ ਦੇ ਨਾਲ ਜਿਹਦੇ ਵਿੱਚ ਮੇਰੇ ਮਨ ਨੂੰ ਤੁਸੀਂ ਜੋੜਿਆ ਹੈ, ਇਹ ਪ੍ਰਭੂ ਜੀ ਨੇ ਕਿਰਪਾ ਕੀਤੀ ਹੈ। ਪ੍ਰਭ ਆਪੇ ਲੈ ਮਿਲਾਏ। ਹੇ ਪ੍ਰਮਾਤਮਾ ਜੀ, ਤੁਸੀਂ ਤੁਠੇ ਹੋ, ਤੁਸੀਂ ਮੇਰੇ ਵਰਗੇ ਅਕ੍ਰਿਤ ਘਣ ਨੂੰ
ਆਪਣੇ ਚਰਨਾਂ ਵਿੱਚ ਜੋੜ ਲਿਆ ਹੈ, ਆਪਣੇ ਨਾਲ ਮਿਲਾ ਲਿਆ ਹੈ। ਇਹ ਤੁਸੀਂ ਕਿਰਪਾ ਕੀਤੀ ਹੈ। ਅਨ ਦਿਨ ਨਾਮੇ ਰਤਿਆਂ ਜੋਤੀ ਜੋਤ ਸਮਾਏ। ਹਰ ਵੇਲੇ ਹੁਣ ਇਹ ਮਨ, ਅੰਦਿਨ ਦਾ ਅਰਥ ਹੈ ਹਰ ਵੇਲੇ, ਹਰ ਸਮੇਂ, ਹਰ ਪਲ, ਹਰ ਘੜੀ। ਹੁਣ ਇੱਕ ਵੀ ਪਲ ਜੀਵਨ ਦਾ ਐਸਾ ਨਹੀਂ ਜਿੱਥੇ ਇਹ ਮਨ ਵਿਕਾਰਾਂ ਵਾਲੀ ਸੋਚ ਵੱਲ ਜਾਵੇ। ਹੁਣ ਹਰ ਵੇਲੇ ਪ੍ਰਮਾਤਮਾ ਦੇ ਸੋਚ ਦੇ ਵਿੱਚ ਇਹ ਮਨ ਜੁੜਿਆ ਰਹਿੰਦਾ ਹੈ। ਅੰਦਿਨ ਨਾਮੇ ਰਤਿਆਂ, ਦਿਨ ਰਾਤ ਹੁਣ ਇਹ ਮਨ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰੰਗਿਆ ਰਹਿੰਦਾ ਹੈ। ਜੋਤੀ ਜੋਤ ਸਮਾਏ। ਹੁਣ ਜੋਤੀ ਜੋਤ ਸਮਾਉਣ ਦਾ ਅਰਥ ਕੀ ਹੈ? ਜੋਤੀ ਜੋਤ ਦਾ ਅਰਥ ਇਹ ਨਹੀਂ ਕਿ ਬੰਦਾ ਮਰ ਗਿਆ। ਜੋਤੀ ਦਾ ਅਰਥ ਹੈ ਪ੍ਰਮਾਤਮਾ ਦੀ ਗਿਆਨ ਰੂਪੀ, ਸਮਝ ਰੂਪੀ ਜੋਤ ਵਿੱਚ ਹੁਣ ਇਹ ਮਨ ਸਮੋ ਗਿਆ ਹੈ। ਜੋਤ ਦਾ ਅਰਥ ਹੈ ਪ੍ਰਕਾਸ਼, ਚਾਨਣ, ਗਿਆਨ। ਗਿਆਨ ਰੂਪੀ ਪ੍ਰਮਾਤਮਾ ਦੀ ਜੋਤ ਦੇ ਵਿੱਚ ਹੁਣ ਇਹ ਮਨ ਲੀਨ ਹੋ ਗਿਆ ਹੈ। ਹੁਣ ਪਖੰਡਵਾਦ, ਕਰਮਕਾਂਡ ਜੀਵਨ ਦੇ ਵਿੱਚੋਂ ਮਿਟ ਗਏ ਹਨ, ਕਿਉਂਕਿ ਹਿਰਦੇ ਵਿੱਚ ਇਹ ਗੱਲ ਸਮਝ ਆ ਗਈ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਹੁਣ ਉਹ ਗੁਰਮਤਿ ਦੇ ਗਿਆਨ ਦੀ ਸੋਚ, ਗੁਰਮਤਿ ਦੇ ਗਿਆਨ ਦਾ ਦੀਪਕ ਹਿਰਦੇ ਵਿੱਚ ਜਗ ਗਿਆ ਹੈ, ਅੰਧੇਰਾ ਜੀਵਨ ਦੇ ਵਿੱਚੋਂ ਮਿਟ ਗਿਆ ਹੈ। ਜੋਤੀ ਹੂੰ ਪ੍ਰਭ ਜਾਪਦਾ, ਬਿਨ ਸਤਿਗੁਰੂ ਬੂਝ ਨਾ ਪਾਏ। ਪਰਮਾਤਮਾ ਉਸ ਅੰਦਰਲੀ ਜੋਤ ਦੇ ਰਾਹੀਂ ਹੀ ਦਿਸਦਾ ਹੈ। ਜੋਤੀ ਹੂੰ ਪ੍ਰਭ ਜਾਪਦਾ। ਜਦੋਂ ਹਿਰਦੇ ਦੇ ਵਿੱਚ ਗੁਰੂ ਦੇ ਗਿਆਨ ਰੂਪੀ ਜੋਤ ਜਗ ਪਈ, ਗੁਰੂ ਦੇ ਗਿਆਨ ਦਾ ਦੀਵਾ ਬਲ ਗਿਆ, ਹਿਰਦੇ ਵਿੱਚ ਵਸਦਾ ਪਰਮਾਤਮਾ ਨਜ਼ਰ ਆਉਣ ਲੱਗ ਪਿਆ। ਬਿਨ ਸਤਿਗੁਰੂ ਬੂਝ ਨਾ ਪਾਏ। ਸਭ ਕਹਿੰਦੇ ਚੇਤਾ ਰੱਖੀ, ਗੁਰੂ ਜੀ ਦੇ ਗਿਆਨ ਰੂਪੀ ਦੀਪਕ ਦੇ ਜਗਣ ਤੋਂ ਬਿਨਾਂ, ਭਾਵ ਗੁਰਮਤਿ ਦੀ, ਗੁਰਬਾਣੀ ਦੀ ਸਮਝ ਤੋਂ ਬਿਨਾਂ, ਗੁਰਬਾਣੀ ਦੀ ਵਿਚਾਰ ਦੀ ਚਾਨਣ ਤੋਂ ਬਿਨਾਂ ਤੂੰ ਇਹ ਗੱਲ ਸਮਝ ਨਹੀਂ ਪਾਵੇਂਗਾ। ਜਦ ਤੱਕ ਤੂੰ ਗੁਰੂ ਸ਼ਬਦ ਨਾਲ ਨਹੀਂ ਜੁੜਦਾ, ਤੇਰੇ ਹਿਰਦੇ ਦਾ ਪ੍ਰਕਾਸ਼ ਰੂਪੀ ਚਾਨਣ ਨਹੀਂ ਆਵੇਗਾ ਤੇ ਪ੍ਰਮਾਤਮਾ ਤੈਨੂੰ ਨਜ਼ਰ ਨਹੀਂ ਆਵੇਗਾ। ਜਿਨ ਕੋ ਪੂਰਬ ਲਿਖਿਆ ਸਤਿਗੁਰੂ ਭੇਟਿਆ ਤਿਨ ਆਏ। ਹੁਣ ਇੱਥੇ ਧਿਆਨ ਦੇਣਾ, ਇੱਥੇ ਪੂਰਬ ਲਿਖਿਆ ਜਨਮ ਤੋਂ ਪਹਿਲਾਂ ਦੀ ਬਾਤ ਨਹੀਂ ਚੱਲ ਰਹੀ। ਇੱਥੇ ਪੂਰਬ ਲਿਖਿਆ ਦਾ ਅਰਥ ਆ, ਜੇ ਮੈਂ ਅੱਜ ਪ੍ਰੈਜ਼ੈਂਟ ਦੀ ਗੱਲ ਪੂਰਬ ਦੀ ਕੀਤੀ ਜਾ ਰਹੀ, ਅੱਜ ਤੋਂ ਮੈਂ ਕੋਸ਼ਿਸ਼ ਕਰਾਂ ਚੰਗੇ ਕੰਮਾਂ ਵਾਲੇ ਬੰਨੇ ਤੁਰਨ ਵਾਸਤੇ। ਜਿਨ ਕੋ ਪੂਰਬ ਲਿਖਿਆ, ਗੁਰਮਤਿ ਪਿਛਲੇ ਜਨਮ ਦੀ ਬਾਤ ਨਹੀਂ ਕਰ ਰਹੀ ਕਿਤੇ ਵੀ। ਗੁਰਮਤਿ ਵਿੱਚ ਕਿਤੇ ਵੀ ਪੁਰਾਣੇ ਜੀਵਨ ਦੀ ਜਾਂ ਆਉਣ ਵਾਲੇ ਦੀ ਗੱਲ ਨਹੀਂ ਗੀ। ਜੇ ਕਿਤੇ ਇਹੋ ਜਿਹੀਆਂ ਬਾਤਾਂ ਆਪਾਂ ਪੜ੍ਹਦੇ ਹਾਂ ਬਾਣੀ 'ਚ, ਸਤਿਗੁਰੂ ਜੀ ਵਿਅੰਗਾਤਮਕ ਤਰੀਕੇ ਨਾਲ ਉਹਨੂੰ ਕਹਿੰਦੇ ਨੇ, ਕਹਿੰਦੇ ਤੁਸੀਂ ਆਪਣਾ ਅਗਲਾ ਜੀਵਨ ਤੇ ਪਿਛਲਾ ਆਪਣੇ ਕੋਲ ਰੱਖੋ। ਗੁਰਮਤਿ ਨਹੀਂ, ਗੁਰਮਤਿ ਅੱਜ ਵਿੱਚ ਬਿਲੀਵ ਕਰਦੀ ਹੈ, ਪ੍ਰੈਜ਼ੈਂਟ ਦੇ ਵਿੱਚ ਅੱਜ ਅਸੀਂ ਕੀ ਕਰ ਰਹੇ ਹਾਂ। ਸਾਹਿਬ ਕਹਿੰਦੇ ਜੇ ਇਹ ਗੱਲ ਸਮਝ ਆ ਗਈ ਆ ਨਾ ਕਿ ਗੁਰਮਤਿ ਦਾ ਗਿਆਨ ਰੂਪੀ ਚਾਨਣ ਦੇ ਨਾਲ ਹੀ ਪਰਮਾਤਮਾ ਨੂੰ ਜਾਣਿਆ ਤੇ ਸਮਝਿਆ ਜਾ ਸਕਦਾ ਹੈ, ਫਿਰ ਅੱਜ ਤੋਂ ਹੀ ਕੰਮ ਸ਼ੁਰੂ ਕਰ। ਜਿਨ ਕੋ ਪੂਰਬ ਲਿਖਿਆ, ਅੱਜ ਤੋਂ ਹੀ ਆਪਣੇ ਕੰਮ ਨੂੰ ਚੰਗੇ ਵਾਲੇ ਬੰਨੇ ਲੈ ਕੇ ਤੁਰ। ਆਪਣੇ ਮਨ ਨੂੰ ਪੂਰਬ ਲਿਖਿਆ, ਚੰਗੇ ਕੰਮ ਲਿਖ ਅੱਜ ਤੋਂ ਹੀ। ਸਤਿਗੁਰੂ ਭੇਟਿਆ ਤੇ ਸਮਝ ਲਈ ਤੈਨੂੰ ਸੱਚੇ ਗੁਰੂ ਦੇ ਗਿਆਨ ਦੇ ਨਾਲ ਤੇਰੀ ਮੁਲਾਕਾਤ ਹੋ ਗਈ। ਤਿਨ ਆਏ ਤੇ ਹਿਰਦੇ ਵਿੱਚ ਵਸਦਾ ਪ੍ਰਮਾਤਮਾ ਤੈਨੂੰ ਨਜ਼ਰ ਆ ਜਾਵੇਗਾ। ਉਹਨਾਂ ਬੰਦਿਆਂ ਨੂੰ ਹੀ ਪ੍ਰਮਾਤਮਾ ਜੀ ਦੇ ਗਿਆਨ ਦੀ ਸਮਝ ਆਉਂਦੀ ਹੈ ਜੋ ਅੱਜ ਤੋਂ ਆਪਣੇ ਜੀਵਨ ਦੇ ਵਿੱਚ ਸੱਚ ਰੂਪੀ ਗੁਰੂ ਸ਼ਬਦ ਦੀ ਵਿਚਾਰਧਾਰਾ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਲੈਂਦੇ ਹਨ। ਸਮਝ ਲੈਣਾ ਐਸੇ ਮਨੁੱਖ ਜਿਨ੍ਹਾਂ ਨੇ ਆਪਣਾ ਜੀਵਨ ਗੁਰਮਤਿ ਦੀ ਕਸਵੱਟੀ ਤੇ ਲਾ ਲਿਆ, ਉਹਨਾਂ ਦੇ ਅੰਦਰੋਂ ਨਿਰਮਲਤਾਈ, ਪਵਿੱਤਰਤਾਈ ਬਣ ਜਾਂਦੀ ਹੈ, ਮੈਲ ਧੁੱਪ ਜਾਂਦੀ ਹੈ। ਵਿਣ ਨਾਮੈ ਸਭ ਡੂਮਣੀ, ਦੂਜੈ ਭਾਏ ਖੁਆਏ। ਡੂਮਣੀ ਦਾ ਅਰਥ ਹੁੰਦਾ ਦੋ ਮੂੰਹਾਂ ਵਾਲੀ। ਆਮ ਕਰਕੇ ਆਪਾਂ ਕਹਿੰਦੇ ਐਸ ਮਨੁੱਖ ਦੇ ਦੋ ਮੂੰਹ ਆ, ਪਤਾ ਨਹੀਂ ਵੀ ਇਹਨੇ ਕਿਹੜੇ ਮੂੰਹ ਨਾਲ ਡੱਸ ਦੇਣਾ। ਸਤਿਗੁਰੂ ਕਹਿੰਦੇ ਪਰਮਾਤਮਾ ਦੇ ਗਿਆਨ ਤੋਂ ਬਿਨਾਂ, ਪਰਮਾਤਮਾ ਦੇ ਹੁਕਮ ਤੋਂ ਬਿਨਾਂ ਵਿਣ ਨਾਮੈ ਸਭ ਡੂਮਣੀ। ਕਹਿੰਦੇ ਪਰਮਾਤਮਾ ਦੀ ਸਮਝ ਦੇ, ਪਰਮਾਤਮਾ ਦੇ ਡਰ ਅਦਬ ਤੋਂ ਬਿਨਾਂ
ਇਹ ਮਨੁੱਖ ਦੋ ਮੂੰਹਾਂ ਵਾਲਾ ਜੀਵਨ ਜਿਉ ਰਿਹਾ ਹੈ। ਪਤਾ ਨਹੀਂ ਕਿਹੜੇ ਮੂੰਹ ਨਾਲ ਡੱਸ ਦਵੇ। ਇੱਕ ਮੂੰਹ ਇਹਨੇ ਬਾਹਰ ਬਣਾਇਆ ਹੈ ਧਰਮ ਦਾ, ਅੰਦਰ ਮੈਲ ਭਰੀ ਪਈ ਹੈ, ਗੰਦਗੀ ਭਰੀ ਪਈ ਹੈ, ਅੰਦਰ ਰਾਖਸ਼ ਦਾ ਮੁਖੋਟਾ ਪਾ ਕੇ ਬੈਠਾ ਹੈ। ਵਿਣ ਨਾਮ ਹੈ ਸਭ ਡੂਮਣੀ, ਦੂਜੈ ਭਾਏ ਖੁਆਏ। ਸਭ ਕਹਿੰਦੇ ਨੇ ਸਾਰੀ ਹੀ ਲੁਕਾਈ ਪਰਿਪੂਰਨ ਪਰਮਾਤਮਾ ਦੇ ਅਟਲ ਹੁਕਮ ਤੇ ਸਿਧਾਂਤ ਤੇ ਤੁਰਨ ਤੋਂ ਬਿਨਾਂ ਦੁਬਿਧਾ ਵਿੱਚ ਫਸੀ ਹੋਈ ਹੈ, ਦੋ ਚਿੱਤਾਂ ਵਿੱਚ ਫਸੀ ਹੋਈ ਹੈ। ਇੱਕ ਆ ਮਾਇਆ ਦਾ ਪਿਆਰ ਤੇ ਦੂਸਰਾ ਹੈ ਜੀਵਨ ਤੇ ਮੋਕਸ਼ ਦੀ ਪ੍ਰਾਪਤੀ। ਇਹਦੇ ਪਿੱਛੇ ਦੁਨੀਆ ਤੁਰੀ ਫਿਰਦੀ ਹੈ। ਮੁਕਤ ਸਵਰਗ ਮਿਲ ਜਾਵੇਗੀ। ਦੇਖੋ ਗੁਰਬਾਣੀ ਕਹਿੰਦੀ ਹੈ ਜੀ ਸਵਰਗ ਪਰਲੋਕਾਂ ਦੀ ਗੱਲ ਕਰਦੀ ਹੈ, ਸਾਨੂੰ ਸਮਝ ਹੀ ਨਹੀਂ ਆਈ। ਮੈਂ ਕੱਲ ਪਰਸੋਂ ਇੱਕ ਵੀਰ ਦੀ ਸੁਣ ਰਿਹਾ ਸੀ ਵੀਡੀਓ, ਉਹ ਲੋਕ ਪਰਲੋਕ ਦੇ ਅਰਥ ਆਪਣੀ ਮਰਜ਼ੀ ਕਹਿੰਦਾ ਬਾਣੀ 'ਚ ਲਿਖਿਆ ਜੀ ਪਰਲੋਕ ਆ ਲੋਕ ਸੁਖੀਏ ਪਰਲੋਕ ਸੁਹੇਲੇ। ਹੁਣ ਗੁਰਮਤ ਨੂੰ ਮੂਲ ਮੰਤਰ ਦੀ ਕਸਵੱਟੀ ਤੇ ਵਿਚਾਰੀਏ ਨਾ। ਸਤਿਗੁਰੂ ਜੀ ਕਿਹੜੀ ਗੱਲ ਕਹਿੰਦੇ? ਬਾਬਾ ਕਬੀਰ ਜੀ ਕਹਿੰਦੇ ਮੈਨੂੰ ਤੇਰੇ ਸਵਰਗ ਦੀ ਕੋਈ ਲੋੜ ਨਹੀਂ, ਮੈਨੂੰ ਤੇਰੇ ਨਰਕ ਦੀ ਕੋਈ ਚਿੰਤਾ ਨਹੀਂ। ਗੁਰਬਾਣੀ ਇਹ ਕਹਿੰਦੀ ਹੈ। ਗੁਰਬਾਣੀ ਇਹ ਕਹਿੰਦੀ ਹੈ ਮਰੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ। ਜੇ ਮੈਨੂੰ ਇਹ ਗੱਲ ਕਹਿੰਦੇ ਹੋ ਵੀ ਮਰਨ ਤੋਂ ਬਾਅਦ ਨਾ ਤੈਨੂੰ ਮੁਕਤੀ ਦੇਵਾਂਗੇ, ਭਗਤ ਜੀ ਕਹਿੰਦੇ ਮੈਨੂੰ ਨਹੀਂ ਇਹੋ ਜਿਹੀ ਮੁਕਤੀ ਚਾਹੀਦੀ, ਮੈਨੂੰ ਤੇ ਅੱਜ ਹੀ ਚਾਹੀਦੀ ਹੈ। ਅੱਜ ਦੱਸੋ ਕੀ ਦਓਗੇ ਤੁਸੀਂ? ਹੁਣ ਅੱਜ ਕੀ ਹੈ? ਲੋਕ ਹੈ ਮੇਰਾ ਸੰਸਾਰੀ ਜੀਵਨ, ਪਰਲੋਕ ਆ ਮੇਰਾ ਧਾਰਮਿਕ ਜੀਵਨ। ਸੰਸਾਰਿਕ ਆਪਣੇ ਪੁੱਤਰਾਂ ਧੀਆਂ ਦੇ ਫਰਜ਼ ਨਿਭਾਉਂਦੇ ਆ, ਉਹਦੇ ਵਿੱਚ ਵੀ ਮੇਰੇ ਜੀਵਨ 'ਚ ਸੱਚ ਚਾਹੀਦਾ ਹੈ। ਪਰਲੋਕ ਮਾਨਵਤਾ ਦੀ ਸੇਵਾ ਦਾ ਜੀਵਨ, ਜਿਹਦੇ ਵਿੱਚ ਪਰਿਪੂਰਨ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਰਿਪੂਰਨ ਪ੍ਰਮਾਤਮਾ ਦੇ ਹੁਕਮ ਤੇ ਤੁਰਨਾ, ਇਹ ਪਰਲੋਕ ਦੀ ਆਨੰਦ ਮਾਣਨ ਬਰਾਬਰ ਆ। ਲੋਕ ਸੁਖੀਏ ਸੰਸਾਰੀ ਜੀਵਨ, ਪਰਲੋਕ ਸੁਹੇਲੇ। ਜਿਹਨੂੰ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਵਾਲੀ ਗੱਲ ਪਾਤਸ਼ਾਹ ਜੀ ਕਹਿੰਦੇ। ਸਭ ਕਹਿੰਦੇ ਵਿਣ ਨਾਮ ਹੈ ਸਭ ਡੂਮਣੀ, ਦੂਜੈ ਭਾਏ ਖੁਆਏ। ਸਾਰੀ ਹੀ ਲੁਕਾਈ ਪਰਮਾਤਮਾ ਦੇ ਹੁਕਮ ਦੇ ਤੁਰਨ ਤੋਂ ਬਿਨਾਂ ਦੁਚਿੱਤੀ ਤੇ ਦੁਬਿਧਾ ਵਿੱਚ ਫਸੀ ਪਈ ਹੈ, ਤੇ ਦੂਜੇ ਭਾਏ ਖੁਆਏ ਤੇ ਮਾਇਆ ਦੇ ਦੂਸਰੇ ਪਿਆਰ ਦੇ ਵਿੱਚ ਡੁੱਬ ਕੇ ਮਾਇਆ ਦੇ ਪਦਾਰਥਾਂ ਦੇ ਵਾਸਤੇ ਨਿਤ ਇਸ ਮੋਹ ਦੇ ਚਿੱਕੜ ਦੇ ਵਿੱਚ ਡੁੱਬਦੀ ਪਈ ਹੈ। ਖੁਆਏ ਦਾ ਅਰਥ ਹੈ ਖੁੰਝੀ ਹੋਈ, ਕੁਰਾਏ ਪਈ ਹੋਈ। ਤਿਸ ਬਿਨ ਘੜੀ ਨਾ ਜੀਵਨ ਦੀ, ਦੁਖੀ ਰਹਿਣ ਵਿਹਾਏ। ਕਹਿੰਦੇ ਉਸ ਪਰਿਪੂਰਨ ਪਰਮਾਤਮਾ ਦੇ ਹੁਕਮ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ ਇੱਕ ਘੜੀ ਭਰ ਵੀ ਆਤਮਿਕ ਜੀਵਨ ਦਾ ਸੁੱਖ ਨਹੀਂ ਮਿਲ ਸਕਦਾ। ਜੇ ਅਸੀਂ ਜਦੋਂ ਦੇਖੋ ਆਪਾਂ ਪਰਮਾਤਮਾ ਨੂੰ ਜੀਵਨ ਦੇ ਵਿੱਚ ਯਾਦ ਕਰਦੇ ਹਾਂ ਨਾ, ਆਤਮਾ ਚੜ੍ਹਦੀ ਕਲਾ 'ਚ ਚਲੇ ਜਾਂਦੀ ਹੈ, ਸੁੱਖ ਮਿਲਦਾ ਹੈ, ਸਕੂਨ ਮਿਲਦਾ ਹੈ। ਜੀਵਨ 'ਚ ਇੱਕ ਖਿਆਲ ਪੈਦਾ ਹੁੰਦਾ ਮੈਨੂੰ ਨਹੀਂ ਹੁਣ ਕਿਸੇ ਦੀ ਪਰਵਾਹ। ਫਿਰ ਇੱਕ ਸ਼ਬਦ ਆਉਂਦਾ ਹੈ ਬੇਪਰਵਾਹ। ਗੁਰੂ ਦੇ ਸਿੱਖ ਨੂੰ ਕਿਸੇ ਦੀ ਪਰਵਾਹ ਨਹੀਂ। ਗੁਰੂ ਦਾ ਸਿੱਖ ਗੁਰੂ ਦੀ ਪਰਵਾਹ ਕਰਦਾ ਹੈ, ਗੁਰੂ ਦੀ ਮੱਤ ਤੇ ਪਰਵਾਹ ਕਰਦਾ ਹੈ। ਉਹ ਇਹ ਨਹੀਂ ਪਰਵਾਹ ਕਰਦਾ ਕਿ ਲੋਕੀ ਮੈਨੂੰ ਕੀ ਕਹਿਣਗੇ, ਉਹ ਬਸ ਗੁਰੂ ਦੀ ਦੱਸੀ ਚਾਲ ਤੇ ਤੁਰਦਾ ਹੈ। ਅੱਜ ਲੋੜ ਆ ਗੁਰਮਤ ਦੇ ਪੜਾਵ ਤੇ ਸਪਸ਼ਟ ਹੋਣ ਦੀ, ਬਿਲਕੁਲ ਸਪਸ਼ਟ ਹੋਣ ਦੀ। ਜਦ ਤੱਕ ਪ੍ਰਚਾਰਕ ਸਪਸ਼ਟ ਨਹੀਂ, ਸੰਗਤ ਸਪਸ਼ਟ ਨਹੀਂ ਹੋ ਸਕਦੀ। ਅੱਜ ਸਪਸ਼ਟ ਹੋਣਾ ਪਊਗਾ ਸਾਨੂੰ, ਸਿਰਫ ਤੇ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸਪਸ਼ਟ ਹੋਣਾ ਪਊਗਾ। ਜੇ ਆਪਾਂ ਚਾਹੁੰਦੇ ਹਾਂ ਆਪਣਾ ਬਚਾਵ ਕਰਨਾ, ਰਲ ਮਿਲ ਕੇ ਧੰਨ ਗੁਰੂ ਗ੍ਰੰਥ ਸਾਹਿਬ ਤੇ ਇਕਾਗਰ ਹੋ ਜਾਈਏ, ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਈਏ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਵਿਚਾਰਨ ਲੱਗ ਪਈਏ, ਆਪ ਸਮਝਣ ਲੱਗ ਪਈਏ। ਕਿਸੇ ਹੋਰ ਵਿੱਚ ਸਾਨੂੰ ਕਿਸੇ ਸਾਧ ਪਖੰਡੀ ਕਿਸੇ ਹੋਰ ਦੀ ਲੋੜ ਨਹੀਂ। ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਤੇ ਅਸੀਂ ਤੇ ਪ੍ਰਮਾਤਮਾ। ਜਿੱਦਣ ਅਸੀਂ ਇਵੇਂ ਜੁੜ ਜਾਵਾਂਗੇ ਨਾ, ਕੋਈ ਦੁਨੀਆ ਦੀ ਤਾਕਤ ਨਹੀਂ ਤੁਹਾਨੂੰ ਠੱਗ ਸਕਦੀ, ਕੋਈ ਆ ਕੇ ਤੁਹਾਨੂੰ ਲੁੱਟ ਨਹੀਂ ਸਕਦਾ। ਕਿਉਂਕਿ ਬਾਣੀ ਦਾਵਾ ਕਰਦੀ ਹੈ ਨਾ ਉਹ ਮਰੇ ਨਾ ਠਾਗੇ ਜਾਏ, ਜਿਨਕੇ ਰਾਮ ਵਸੇ ਮਨ ਮਾਇਆ। ਤਿਸ ਬਿਨ ਘੜੀ ਨਾ ਜੀਵਨ ਦੀ, ਦੁਖੀ ਰਹਿਣ ਵਿਹਾਏ। ਕਹਿੰਦੇ ਜਦੋਂ ਪ੍ਰਮਾਤਮਾ ਦੀ ਯਾਦ ਹੀ ਜੀਵਨ 'ਚ ਨਹੀਂ, ਸਾਰਾ ਜੀਵਨ ਦੁੱਖਾਂ ਤੇ ਕਲਹਿ ਵਿੱਚ ਲੰਘੇਗਾ। ਇੱਕ ਘੜੀ ਵੀ ਆਤਮਿਕ ਜੀਵਨ ਦੇ ਸੁੱਖ ਦੀ, ਸਕੂਨ ਦੀ ਨਹੀਂ ਐਸੇ ਮਨੁੱਖ ਨੂੰ ਮਿਲ ਸਕਦੀ। ਦੁਖੀ ਰਹਿਣ ਵਿਹਾਏ, ਦਿਨ ਰਾਤ ਉਹਦਾ ਜੀਵਨ, ਜ਼ਿੰਦਗੀ ਰੂਪੀ ਰਾਤ ਉਹਦੀ ਦੁੱਖਾਂ ਦੇ ਵਿੱਚ ਹੀ ਲੰਘੇਗੀ। ਭਰਮ ਭੁਲਾਣਾ ਅੰਧੂਲਾ, ਫਿਰ ਆਵੇ ਜਾਏ। ਭਰਮ ਭੁਲਾਣਾ ਅੰਧੂਲਾ। ਭਰਮ ਦਾ ਅਰਥ ਆ ਭਟਕਣਾ, ਭੁਲਾਣਾ ਦਾ ਅਰਥ ਆ ਭੁੱਲਿਆ ਹੋਇਆ।
ਅੰਧੁਲਾ ਦਾ ਅਰਥ ਆ ਅੱਖਾਂ ਤੋਂ ਅੰਨਾ। ਧਿਆਨ ਦੇਣਾ, ਅੱਜ ਇਹ ਤਿੰਨੇ ਹੀ ਪੜਾਵ ਸਾਡੇ ਜੀਵਨ 'ਚ ਨੇ। ਅਸੀਂ ਭਰਮੇ ਵੀ ਹਾਂ, ਭਰਮ 'ਚ ਹਾਂ, ਭੁੱਲੇ ਹੋਏ ਹਾਂ, ਤੇ ਅੱਖਾਂ ਤੇ ਮਾਇਆ ਦੀ ਪੱਟੀ ਬਣ ਕੇ ਅੰਨੇ ਹੋਏ ਫਿਰਦੇ ਹਾਂ। ਸ਼ਿਵ ਕਹਿੰਦੇ ਐਸੇ ਮਨੁੱਖ ਦਾ ਜੀਵਨ ਕੀ ਹੈ? ਉਹ ਮੁੜ ਮੁੜ ਜੰਮਦਾ ਹੈ, ਮੁੜ ਮੁੜ ਮਰਦਾ ਹੈ, ਕਿਉਂਕਿ ਉਹ ਆਪਣੇ ਆਪ ਦੇ ਉੱਤੇ ਫੈਸਲਾ ਹੀ ਨਹੀਂ ਕਰ ਪਾਉਂਦਾ। ਉਹ ਅਕਾਲ ਪੁਰਖ ਵਾਹਿਗੁਰੂ ਦੇ ਉੱਪਰ ਟੇਕ ਹੀ ਨਹੀਂ ਰੱਖ ਪਾਉਂਦਾ। ਉਹਦੇ ਨਿੱਤ ਪਤਾ ਨਹੀਂ ਕਿੰਨੀ ਵਾਰੀ ਉਹ ਆਪਣੇ ਵਿਚਾਰਾਂ 'ਚ ਜਨਮ ਲੈਂਦਾ ਹੈ, ਕਿੰਨੀ ਵਾਰੀ ਮਰਦਾ ਹੈ। ਇਹ ਸਾਡਾ ਪ੍ਰੈਕਟੀਕਲ ਜੀਵਨ ਹੈ। ਆਪਣੇ ਜੀਵਨ 'ਚ ਕਿਤੇ ਵਿਚਾਰ ਕੇ ਦੇਖੋ, ਸਾਡੀ ਜ਼ਿੰਦਗੀ ਵੀ ਇਵੇਂ ਹੀ ਹੈ। ਅਸੀਂ ਨੰਬਰ 1 ਤੇ ਭਰਮ 'ਚ ਹਾਂ, ਨੰਬਰ 2 ਤੇ ਭੁੱਲੇ ਹੋਏ ਹਾਂ, ਮਾਇਆ ਦੇ ਮੋਹ ਦੇ ਵਿੱਚ ਅੰਨੇ ਹੋਏ ਫਿਰਦੇ ਹਾਂ, ਤੇ ਜੀਵਨ ਦੇ ਸਹੀ ਰਸਤੇ ਤੋਂ ਭਟਕੇ ਹੋਏ ਹਾਂ, ਤੇ ਭੁਲੇਖੇ ਵਿੱਚ ਆ ਕਿ ਕੁਰਾਏ ਪੈ ਗਏ ਆ। ਜਿਵੇਂ ਕੋਈ ਮਨੁੱਖ ਕਿਸੇ ਨੇ ਜਾਣਾ ਹੈ ਹਰਿਮੰਦਰ ਸਾਹਿਬ, ਅੰਮ੍ਰਿਤਸਰ ਮੱਥਾ ਟੇਕਣ, ਦਰਬਾਰ ਸਾਹਿਬ ਜਾਣਾ ਹੈ, ਤੇ ਉਹ ਰਸਤਾ ਕਿਤੇ ਹੋਰ ਤੁਰ ਪਵੇ, ਰਸਤੇ ਤੋਂ ਕੁਰਾਏ ਪੈ ਗਿਆ ਨਾ। ਮੰਜ਼ਿਲ ਕੀ ਹੈ? ਦਰਬਾਰ ਸਾਹਿਬ ਜਾਣਾ ਹੈ, ਭਟਕ ਗਿਆ ਕਿਸੇ ਹੋਰ ਰਸਤੇ ਤੇ ਸਾਰਾ ਦਿਨ ਸੋਚੀ ਜਾਵੇ ਕਿ ਰਸਤਾ ਆ ਜਾਵੇ, ਰਸਤਾ ਆ ਜਾਵੇ। ਰਸਤਾ ਕਿੱਥੋਂ ਆਊਗਾ? ਕਿਉਂਕਿ ਭਟਕਿਆ ਤੇ ਭਰਮਿਆ ਪਿਆ। ਇਵੇਂ ਸਾਡੀ ਜ਼ਿੰਦਗੀ ਭਰਮਾ ਦਿੱਤੀ ਹੈ ਇਹਨਾਂ ਪਖੰਡੀਆਂ ਨੇ। ਸਾਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਦਿੱਤਾ ਨਾ, ਸਤਿਗੁਰੂ ਜੀ ਨੇ ਸਾਡਾ ਟਾਰਗੇਟ, ਸਾਡਾ ਮਿਸ਼ਨ, ਸਾਡੀ ਜ਼ਿੰਦਗੀ ਇੱਕ ਲੈਵਲ ਤੇ ਖੜੀ ਕਰ ਦਿੱਤੀ। 240 ਸਾਲ ਲਾ ਕੇ ਸਾਨੂੰ ਉਹ ਮਾਰਗ ਬਿਲਕੁਲ ਸਿੱਧਾ ਵਿਖਾ ਦਿੱਤਾ ਵੀ ਤੂੰ ਪ੍ਰਮਾਤਮਾ ਵਰਗਾ ਬਣਨਾ ਹੈ। ਬਸ ਸਿੱਧੀ ਗੱਲ, ਤੇਰੇ ਵਿੱਚ ਹੋਰ ਕੋਈ ਮਿਲਾਵਟ ਨਹੀਂ ਹੋਣੀ ਚਾਹੀਦੀ। ਇਹਨੂੰ ਖਾਲਸ ਨਾਮ ਦਿੱਤਾ। ਪਰ ਅੱਜ ਇਹਨਾਂ ਕਪਟੀ ਲੋਕਾਂ ਨੇ, ਧੋਖੇਬਾਜ਼ਾਂ ਨੇ, ਜਿਨ੍ਹਾਂ ਨੇ ਬਾਣਾ ਸਿੱਖੀ ਦਾ ਪਾ ਲਿਆ, ਪੱਗਾਂ ਸਿੱਖੀ ਦੀਆਂ ਬੰਨ ਲਈਆਂ, ਦਿਮਾਗ ਬ੍ਰਾਹਮਣ ਦਾ ਰੱਖ ਲਿਆ, ਇਹਨਾਂ ਨੇ ਉਹ ਕੀਤਾ, ਸਾਨੂੰ ਐਸਾ ਕੁਰਾਏ ਪਾਇਆ, ਸਾਨੂੰ ਆਪਣੀ ਮੰਜ਼ਿਲ ਤੋਂ ਭਟਕਾ ਕੇ ਰੱਖ ਦਿੱਤਾ। ਅੱਜ ਇਸੇ ਕਰਕੇ ਵਿਚਾਰ ਦੀ ਧਨੀ ਕੌਮ ਭਰਮ ਤੇ ਭੁਲੇਖਿਆਂ ਵਿੱਚ ਬਾੜ ਕੇ ਬਿਠਾ ਦਿੱਤੀ ਹੈ। ਨਰਾਤਿਆਂ ਦੇ ਕਰਮ ਕਾਂਡਾਂ ਵਿੱਚ, ਸ਼ਰਾਧਾਂ ਦੇ ਕਰਮ ਕਾਂਡਾਂ ਦੇ ਵਿੱਚ ਕੇਸੋ ਪੰਡਤ ਕੂਕੀਏ ਦੇ ਅਰਥ ਆਪਣੀ ਮਰਜ਼ੀ ਨਾਲ ਗੱਲ ਕਰਕੇ। ਵੇਖੋ ਜੀ, ਗੁਰਬਾਣੀ ਕਹਿੰਦੀ ਹੈ, ਗੁਰੂ ਅਮਰਦਾਸ ਸਾਹਿਬ ਕਹਿੰਦੇ ਪੰਡਤਾਂ ਨੂੰ ਭੋਜਨ ਖਵਾਓ। ਹੱਦ ਹੋ ਗਈ ਹੈ। ਸਤਿਗੁਰੂ ਗੁਰੂ ਦੀ ਮੱਤ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਕਿਉਂਕਿ ਅਸੀਂ ਗੁਰਮਤ ਨੂੰ ਸਮਝਣਾ ਨਹੀਂ ਚਾਹੁੰਦੇ। ਭਰਮ ਭੁਲਾਣਾ ਅੰਧੁਲਾ ਫਿਰ ਆਵੇ ਜਾਏ। ਸਭ ਕਹਿੰਦੇ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਜੀਵ ਰਸਤੇ ਤੋਂ ਭਟਕਾ ਦਿੱਤਾ ਹੈ, ਤੇ ਮਾਇਆ ਦੀਆਂ ਪੱਟੀਆਂ ਅੱਖਾਂ ਤੇ ਬੰਨ੍ਹ ਦਿੱਤੀਆਂ ਨੇ। ਹੁਣ ਇਹ ਨਿੱਤ ਮਰਦਾ ਹੈ, ਨਿੱਤ ਜੰਮਦਾ ਹੈ। ਨਦਰ ਕਰੇ ਪ੍ਰਭ ਆਪਣੀ, ਆਪੇ ਲਏ ਮਿਲਾਏ। ਹੇ ਪ੍ਰਭੂ ਜੀ, ਤੁਸੀਂ ਤਰੁੱਠ ਪਾਓ, ਸਾਡੇ ਵੱਸ ਕੁਝ ਨਹੀਂ ਜੇ। ਹੁਣ ਤੇ ਅਸੀਂ ਇੱਥੇ ਆ ਕੇ ਖੜ ਗਏ ਹਾਂ, ਕੋਈ ਦਿਮਾਗ ਨਹੀਂ ਕੰਮ ਕਰ ਰਿਹਾ। ਤੁਸੀਂ ਕਿਰਪਾ ਕਰੋ, ਸਾਡੀ ਬਾਂਹ ਫੜ ਲਓ, ਸਾਨੂੰ ਇਸ ਭਟਕਿਆਂ ਹੋਇਆਂ, ਭੁਲੇਖਿਆਂ ਹੋਇਆਂ ਰਸਤਿਆਂ ਤੋਂ ਕੱਢ ਕੇ ਰਸਤੇ ਤੇ ਤੋਰ ਦਿਓ, ਸਿੱਧੀ ਮੰਜ਼ਿਲ ਤੇ ਤੋਰ ਦਿਓ। ਨਦਰ ਕਰੇ ਪ੍ਰਭ ਆਪਣੀ, ਤੁਸੀਂ ਆਪਣੀ ਰਹਿਮਤ ਦੀ ਨਜ਼ਰ ਤੇ ਦ੍ਰਿਸ਼ਟੀ ਕਰ ਦਿਓ। ਆਪੇ ਲੈ ਮਿਲਾਏ, ਤੇ ਸਾਨੂੰ ਆਪਣੇ ਨਾਲ ਮਿਲਾ ਲਿਓ। ਅਗਲੀਆਂ ਪੰਕਤੀਆਂ ਨੇ, ਸਭ ਕੁਛ ਸੁਣਦਾ ਵੇਖਦਾ ਕਿਉਂ ਮੁੱਕਰ ਪਾਇਆ ਜਾਏ। ਕਿੰਨੇ ਪਿਆਰੇ ਬਚਨ ਨੇ। ਸਭ ਕਹਿੰਦੇ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਆ ਨਾ ਜਿਹੜਾ, ਉਹ ਤੋਂ ਕੁਝ ਨਾ ਲੁਕਿਆ ਹੈ ਤੇ ਨਾ ਕੁਝ ਲੁਕਿਆ ਰਹਿ ਸਕਦਾ ਹੈ। ਉਹ ਸਭ ਕੁਝ ਸਾਡਾ ਸੁਣ ਰਿਹਾ ਹੈ, ਸਾਨੂੰ ਨਿੱਤ ਵੇਖ ਰਿਹਾ ਹੈ, ਤੇ ਕਿਹਦੇ ਅੱਗੇ ਤੂੰ ਮੁੱਕਰਦਾ ਪਿਆ ਹੈ? ਸਾਡੀ ਔਕਾਤ ਪਤਾ ਕੀ ਹੈ? ਕੇਤੇ ਲੈ ਲੈ ਮੁੱਕਰ ਪਾਏ, ਕੇਤੇ ਮੂਰਖ ਖਾਈ ਖਾਏ। ਅਸੀਂ ਉਸ ਕੈਟਾਗਰੀ 'ਚ ਆਉਂਦੇ ਹਾਂ। ਇੱਕ ਬੰਨੇ ਲਈ ਜਾਂਦੇ ਹਾਂ, ਦੂਜੇ ਬੰਨੇ ਮੁੱਕਰੀ ਜਾਂਦੇ ਹਾਂ ਵੀ ਤੂੰ ਮੈਨੂੰ ਕੀ ਦਿੱਤਾ ਹੈ। ਮੈਂ ਪੁਰਾਤਨ ਗੁਰੂ ਕੀਆਂ ਸਿੱਖਾਂ ਦਾ ਸਿਦਕ ਵੇਖਦਾ ਨਾ, ਸਭ ਕੁਝ ਕੁਰਬਾਨ ਕਰ ਦਿੱਤਾ, ਆਪਣਾ ਕੁਰਬਾਨ ਕਰ ਦਿੱਤਾ, ਬੱਚੇ ਵਾਰ ਦਿੱਤੇ। ਜੇ ਗੁਰੂ ਜੀ ਨੇ ਵਾਰੇ ਨਾ ਆਪਣੇ 4 ਸਾਹਿਬਜ਼ਾਦੇ, ਤੇ ਜਦੋਂ ਮੇਰੀਆਂ ਭੈਣਾਂ ਦਾ ਸਮਾਂ ਆਇਆ, ਉਹਨਾਂ ਨੇ ਆਪਣੇ ਬੱਚਿਆਂ ਦੇ ਡੱਕਰੇ ਕਰਾ ਕੇ ਗਲਾਂ 'ਚ ਹਾਰ ਤੱਕ ਪਵਾ ਲਿਆ। ਇੰਨਾ ਪਿਆਰ ਗੁਰੂ ਨਾਲ, ਇੰਨਾ ਸਿਦਕ, ਇੰਨੀ ਨਿਰਮਲਤਾਈ, ਕਿਉਂਕਿ ਉਹਨਾਂ ਨੂੰ ਇਹ ਗੱਲ ਪਤਾ ਸੀ ਮੇਰਾ ਗੁਰੂ ਮੈਨੂੰ ਵੇਖ ਰਿਹਾ, ਮੇਰਾ ਸਤਿਗੁਰੂ ਹਾਜ਼ਰ ਨਾਜ਼ਰ ਆ। ਪਰ ਅੱਜ ਤੇ ਇਹ ਬੇਈਮਾਨ ਲੋਕ, ਇਹ ਅਖੌਤੀ ਜਥੇਦਾਰ ਗੁਰੂ ਜੀ ਦੀ ਤਾਬਿਆ ਉਸ ਅਕਾਲ ਤਖਤ ਤੇ ਬਹਿ ਕੇ ਝੂਠ ਬੋਲੀ ਜਾ ਰਹੇ। ਦੇਖੋ
ਕੀ ਕਰਾਂਗੇ ਇਹਨਾਂ ਲੋਕਾਂ ਦਾ? ਇਹਨਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ ਕਿ ਜਿੱਥੇ ਬਹਿ ਕੇ ਅਸੀਂ ਆ ਝੂਠ ਦੇ ਫੈਸਲੇ ਕੂੜ ਕਬਾੜੇ ਦੇ ਲੈ ਰਹੇ ਹਾਂ, ਜਿੱਥੇ ਬਹਿ ਕੇ ਅਸੀਂ ਆਪਣੀ ਕੌਮ ਦੀਆਂ ਭਾਵਨਾਵਾਂ ਨੂੰ ਅੱਜ ਵੇਚ ਰਹੇ ਹਾਂ ਚੰਦ ਕੁ ਲੋਕਾਂ ਦੇ ਅੱਗੇ, ਕਿੱਥੇ ਜਵਾਬ ਦੇਵਾਂਗੇ ਅਸੀਂ? ਕੀਤੇ ਲੈ ਮੁੱਕਰ ਪਾਏ ਵਾਲੀ ਗੱਲ ਇਹ ਆ ਨਾ, ਸਾਹਿਬ ਕਹਿੰਦੇ ਉਹ ਪ੍ਰਮਾਤਮਾ ਸਭ ਕੁਝ ਸੁਣਦਾ ਵੇਖਦਾ, ਕਿਉਂ ਮੁੱਕਰ ਪਾਇਆ ਜਾਏ, ਤੂੰ ਉਹਦੇ ਅੱਗੇ ਮੁੱਕਰਦਾ ਹੈ, ਭੁੱਲ ਜਾਣਾ ਹੈ। ਪਰ ਉਹਨੂੰ ਯਾਦ ਆ, ਉਹ ਤੋਂ ਕੁਝ ਨਹੀਂ ਭੁੱਲਿਆ। ਸਾਨੂੰ ਸਮਝਣ ਦੀ ਲੋੜ ਹੈ। ਸਤਿਗੁਰ ਦੀ ਬਾਣੀ ਨਾਲ ਜੁੜ ਜਾਓ ਵੀਰ ਮੇਰਿਓ। ਗੁਰਬਾਣੀ ਵਾਹਿਦ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਬਣਾ ਲਓ। ਧੰਨ ਗੁਰੂ ਗ੍ਰੰਥ ਸਾਹਿਬ ਇੱਕ ਐਸੇ ਮੇਰੇ ਪਾਤਸ਼ਾਹ ਦੇ ਨਾਲ ਜੁੜ ਜਾਈਏ ਨਾ, ਕੋਈ ਭਰਮ ਨਹੀਂ ਰਹਿਣਾ, ਬਾਕੀ ਕੋਈ ਭੁਲੇਖਾ। ਸਾਨੂੰ ਕਿਸੇ ਅਖੌਤੀ ਜਥੇਦਾਰਾਂ ਦੀ ਲੋੜ ਨਹੀਂ, ਸਾਨੂੰ ਇਹਨਾਂ ਪਖੰਡੀਆਂ ਦੀ ਲੋੜ ਨਹੀਂ। ਸਾਡੇ ਫੈਸਲੇ ਗੁਰਬਾਣੀ ਦੀ ਕਸਵੱਟੀ ਤੇ ਹੋਣੇ ਚਾਹੀਦੇ ਨੇ। ਸਾਡਾ ਜਥੇਦਾਰ, ਸਾਡਾ ਗੁਰੂ, ਸਾਡਾ ਰਹਿਬਰ ਸਿਰਫ ਤੇ ਸਿਰਫ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਆ। ਅਸੀਂ ਫੈਸਲਾ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਮੰਨਦੇ ਹਾਂ, ਅਸੀਂ ਹੁਕਮ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਮੰਨਦੇ ਹਾਂ। ਸਾਡਾ ਅਕਾਲ ਤਖਤ ਕੇਵਲ ਗੁਰੂ ਗ੍ਰੰਥ ਸਾਹਿਬ ਆ। ਅਸੀਂ ਆਪਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਏ ਹੋਏ ਅਕੀਦਿਆਂ ਤੇ ਭਰੋਸਿਆਂ ਤੇ ਤੁਰਨਾ ਹੈ। ਮੇਰੇ ਗੁਰੂ ਤੇ ਭਰੋਸਾ ਹੈ, ਵਿਸ਼ਵਾਸ ਇਤਨਾ ਦ੍ਰਿੜ ਕਰ ਲਈਏ ਕਿ ਸਾਨੂੰ ਹੋਰ ਕੋਈ ਲੁੱਟੀ ਨਾ ਸਕੇ। ਸਭ ਕੁਝ ਸੁਣਦਾ ਵੇਖਦਾ, ਕਿਉਂ ਮੁੱਕਰ ਪਾਇਆ ਜਾਏ। ਅਸੀਂ ਜੀਵ ਜੋ ਕੁਝ ਕਰਦੇ ਹਾਂ ਜਾਂ ਬੋਲਦੇ ਹਾਂ ਜਾਂ ਚਿਤਵਦੇ ਹਾਂ, ਉਹ ਸਭ ਕੁਝ ਪ੍ਰਮਾਤਮਾ ਵੇਖਦਾ ਹੈ, ਸੁਣਦਾ ਹੈ। ਸਾਹਿਬ ਕਹਿੰਦੇ ਇਸ ਵਾਸਤੇ ਉਸ ਦੀ ਹਾਜ਼ਰੀ ਦੇ ਵਿੱਚ ਆਪਣੇ ਕੀਤੇ ਤੇ ਚਿਤਵੇ ਮੰਦੇ ਕੰਮਾਂ ਤੋਂ ਮੁੱਕਰਿਆ ਨਹੀਂ ਜਾ ਸਕਦਾ। ਲੋਕਾਂ ਦੇ ਸਾਹਮਣੇ ਮੈਂ ਮੁੱਕਰ ਸਕਦਾ, ਪਰ ਉਹ ਤੋਂ ਨਹੀਂ ਮੁੱਕਰ ਸਕਦਾ। ਪਾਪੋ ਪਾਪ ਕਮਾਵੰਦੇ, ਪਾਪੇ ਪਚੈ ਪਚਾਏ। ਸਭ ਕਹਿੰਦੇ ਤਾਈਓ ਜਿਹੜੇ ਬੰਦੇ ਸਾਰੀ ਉਮਰ ਪਾਪ ਹੀ ਕਮਾਉਂਦੇ ਰਹਿੰਦੇ ਹਨ, ਉਹ ਸਦਾ ਪਾਪ ਦੇ ਵਿੱਚ ਹੀ ਸੜਦੇ ਭੁੱਜਦੇ ਰਹਿੰਦੇ ਹਨ। ਪਾਪ ਦਾ ਅਰਥ ਆ ਚਿਤਵੇ ਹੋਏ ਖਿਆਲ। ਪਾਪ ਇੱਕ ਐਸੀ ਚੀਜ਼ ਹੈ ਜਿਹੜੀ ਪਰਦੇ 'ਚ ਕੀਤੀ ਜਾਂਦੀ ਹੈ। ਅਪਰਾਧ ਸਾਹਮਣੇ ਆ ਜਾਂਦਾ ਹੈ। ਜਦੋਂ ਤੁਸੀਂ ਅਪਰਾਧ ਕਰ ਲੈਂਦੇ ਆ ਨਾ, ਤੇ ਉਹ ਸਾਹਮਣੇ ਆ ਜਾਂਦਾ ਹੈ। ਪਾਪ ਜਿਹੜਾ ਅੰਦਰ ਪਰਦੇ 'ਚ ਹੋ ਜਾਂਦਾ ਹੈ। ਅੰਦਰ ਕੀ ਚੱਲ ਰਿਹਾ ਮੇਰੇ ਅੰਦਰ, ਕਿਹੜੇ ਖਿਆਲ ਨੇ, ਮੈਂ ਕਿਸੇ ਬੱਚੀ ਨੂੰ ਕਿਹੜੀਆਂ ਅੱਖਾਂ ਨਾਲ ਵੇਖ ਰਿਹਾ, ਮੈਂ ਕਿਸੇ ਦੇ ਧਨ ਨੂੰ ਕਿਵੇਂ ਵੇਖ ਰਿਹਾ, ਇਹ ਤੇ ਮੈਨੂੰ ਪਤਾ ਵਾ ਨਾ, ਤੇ ਜਾਂ ਮੇਰੇ ਰੱਬ ਨੂੰ ਪਤਾ ਹੈ। ਇਸੇ ਕਰਕੇ ਸਾਹਿਬ ਕਹਿੰਦੇ ਪਾਪ ਤੇ ਰੇ ਨਰ ਅਚੇਤ ਪਾਪ ਤੇ ਡਰੇ। ਇਹ ਸਿੱਖਾ ਤੂੰ ਤੇ ਜਾਣ ਬੁੱਝ ਕੇ ਵੀ ਪਾਪ ਨਹੀਂ, ਤੇ ਕੀ ਕਰਨਾ, ਤੇਰੇ ਅੰਦਰ ਅਚਨਚੇਤ ਵੀ ਪਾਪ ਦਾ ਖਿਆਲ ਨਹੀਂ ਉਭਰਨਾ ਚਾਹੀਦਾ। ਇੰਨਾ ਨਿਰਮਲ, ਇੰਨਾ ਪਵਿੱਤਰ ਤੇਰਾ ਹਿਰਦਾ ਚਾਹੀਦਾ ਹੈ। ਆਖਰੀਆਂ ਪੰਕਤੀਆਂ ਨੇ ਪਾਵਨ ਸ਼ਬਦ ਦੀਆਂ, ਸੋ ਪ੍ਰਭ ਨਦਰ ਨਾ ਆਵਈ, ਮਨ ਮੁਖ ਬੂਝ ਨਾ ਪਾਏ। ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਗੱਲ ਸਮਝ ਨਹੀਂ ਪੈਂਦੀ, ਮਨਮੁਖ ਬੂਝ ਨਾ ਪਾਏ। ਮਨ ਦੀ ਮੱਤ ਪਿੱਛੇ ਲੱਗਣ ਵਾਲੇ ਮਨੁੱਖ ਨੂੰ ਇਸ ਬੁਝਾਰਤ ਦੀ ਸਮਝ ਨਹੀਂ ਆਉਂਦੀ। ਸੋ ਪ੍ਰਭ ਨਦਰ ਨਾ ਆਵਈ, ਮਨਮੁਖ ਬੂਝ ਨਾ ਪਾਏ। ਆਪਣੀ ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਮਨੁੱਖ ਆ, ਉਹ ਸਦਾ ਆਪਣੇ ਮਨ ਦੀਆਂ ਕਰਦਾ ਹੈ। ਉਹਨੂੰ ਇਹ ਬੁਝਾਰਤ ਨਹੀਂ ਸਮਝ ਆਉਂਦੀ ਕਿ ਸਭ ਕੁਝ ਵੇਖਣ ਸੁਣਨ ਵਾਲਾ ਪਰਮਾਤਮਾ, ਉਹ ਨਜ਼ਰ ਬੇਸ਼ੱਕ ਨਹੀਂ ਆਉਂਦਾ, ਪਰ ਉਹ ਨਾਲ ਤੇਰੇ ਖਲੋਤਾ ਹੈ, ਤੇਰੇ ਅੰਗ ਸੰਗ ਹੈ, ਹਰ ਵਕਤ ਤੇਰੇ ਨਾਲ ਹੈ। ਉਹ ਤੋਂ ਤੂੰ ਦੂਰ ਨਹੀਂ ਭੱਜ ਸਕਦਾ। ਜਿਸ ਵੇਖਾਲੇ ਸੋਈ ਵੇਖੈ, ਨਾਨਕ ਗੁਰਮੁਖ ਪਾਏ। ਪਰ ਸਾਹਿਬ ਜੀ ਕਹਿੰਦੇ, ਹੇ ਮੇਰੇ ਵਾਹਿਗੁਰੂ ਜੀ, ਜਿਹੜਾ ਗੁਰੂ ਦੇ ਸਨਮੁਖ ਗੁਰੂ ਦੀ ਮੱਤ ਤੇ ਤੁਰ ਪੈਂਦਾ ਹੈ, ਗੁਰੂ ਜੀ ਦੇ ਉਪਦੇਸ਼ਾਂ ਦੀ ਕਮਾਈ ਕਰਦਾ ਹੈ, ਉਹਨਾਂ ਨੂੰ ਗੁਰੂ ਜੀ ਪਰਿਪੂਰਨ ਪਰਮਾਤਮਾ ਵਾਹਿਗੁਰੂ ਵਿਖਾ ਦਿੰਦੇ ਹਨ, ਤੇ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਅੰਗ ਸੰਗ ਵਸਦਾ ਨਜ਼ਰ ਆ ਜਾਂਦਾ ਹੈ। ਫਿਰ ਉਹ ਭੁੱਲ ਕੇ ਵੀ ਮਾੜੇ ਕੰਮ ਨਹੀਂ ਕਰਦੇ, ਗੰਦੇ ਵਿਚਾਰ ਆਪਣੇ ਵਿੱਚ ਨਹੀਂ ਲੈ ਕੇ ਆਉਂਦੇ। ਹਰ ਵਕਤ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਆਪਣੇ ਜੀਵਨ ਨੂੰ ਸੱਚ ਦੇ ਰਸਤੇ ਤੇ ਤੋਰਦਿਆਂ ਹੋਇਆਂ ਸਫਲ ਬਣਾਉਂਦੇ ਹਨ। ਸੋ ਆਓ ਰਲ ਮਿਲ ਕੇ ਇਹਨਾਂ ਗੁਰੂ ਜੀ ਕਿਆਂ ਸ਼ਬਦਾਂ ਨੂੰ ਜੀਵਨ 'ਚ ਵਸਾਈਏ। ਸ਼ਬਦ ਦੀ ਜਿਹੜੀ ਵਿਚਾਰ ਆ ਨਾ, ਉਹ ਬੜੀ ਗਹਿਰੀ ਹੁੰਦੀ ਹੈ। ਸਮਾਂ ਪੰਧ ਮੁਕਾ ਜਾਂਦਾ ਹੈ ਬੜੀ ਛੇਤੀ, ਕਿਉਂਕਿ ਜਦੋਂ ਆਪਾਂ ਗੁਰੂ ਸ਼ਬਦ ਦੀ ਵਿਚਾਰ ਕਰਨੀ ਹੈ, ਤੇ ਮੇਰੀ ਇੱਕ ਭਾਵਨਾ ਹੁੰਦੀ ਹੈ ਕਿ ਜਿੰਨਾ ਕੁ ਕੋਸ਼ਿਸ਼ ਕਰਾਂ ਉਹਨੂੰ ਹੋਰ ਖੋਲ੍ਹ ਕੇ ਤੁਹਾਡੇ ਸਾਹਮਣੇ ਰੱਖ ਸਕਾਂ।
ਕਿਉਂਕਿ ਗੁਰਬਾਣੀ ਇੱਕ ਐਸੀ ਸਮੁੰਦਰ ਆ ਗੁਰਮਤ, ਜਿਵੇਂ ਜਿਵੇਂ ਤੁਸੀਂ ਇਹਦੇ ਵਿੱਚ ਡੁੱਬਦੇ ਜਾਂਦੇ ਆ ਨਾ, ਚੁੱਭੀ ਲਾਉਂਦੇ ਆ, ਖਿਮਾ ਕਰਦਾ, ਡੁੱਬਦੇ ਦਾ ਅਰਥ ਨਹੀਂ, ਚੁੱਭੀ ਲਾਉਂਦੇ ਆ, ਖੁੱਬਦੇ ਜਾਂਦੇ ਆ, ਬੜਾ ਕੁਝ ਵਿੱਚੋਂ ਨਿਕਲਦਾ ਹੈ। ਜਿਵੇਂ ਤੁਸੀਂ ਕਿਸੇ ਦੁਕਾਨ ਤੇ ਜਾਓ ਨਾ ਬਾਹਰੋਂ, ਤੇ ਅੰਦਰ ਜਾ ਕੇ ਦੇਖੋ ਕਿੰਨੀਆਂ ਆਲੀਸ਼ਾਨ ਸਮਝ, ਕਿੰਨੀਆਂ ਪਿਆਰੀਆਂ ਪਿਆਰੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ। ਇਵੇਂ ਜਦੋਂ ਤੁਸੀਂ, ਭਾਈ ਗੁਰਦਾਸ ਜੀ ਕਹਿੰਦੇ, ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ। ਜਿਵੇਂ ਜਿਵੇਂ ਤੁਸੀਂ ਡੂੰਘਾਈਆਂ ਦੇ ਵਿੱਚ ਜਾਓਗੇ ਨਾ, ਇਹਦੇ ਵਿੱਚੋਂ ਲੱਭਦੇ ਲਿਆਓਗੇ। ਸੋ ਅਰਦਾਸ ਆ, ਗੁਰਮਤ ਨੂੰ ਸਮਝੀਏ। ਗੁਰਬਾਣੀ ਨੂੰ ਸਮਝਣ ਵਾਸਤੇ ਗੁਰਬਾਣੀ ਦੀ ਹੀ ਸਾਨੂੰ ਅਰਥਾਵਲੀ ਚਾਹੀਦੀ ਹੈ। ਸਿੱਧੇ ਦਾ ਸਿੱਧਾ ਨਿਸ਼ਾਨਾ ਮੂਲ ਮੰਤਰ ਸਾਹਿਬ ਹੋਣਾ ਚਾਹੀਦਾ ਹੈ। ਮੂਲ ਮੰਤਰ ਦੀ ਕਸਵੱਟੀ ਉੱਤੇ ਅਸੀਂ ਜਦੋਂ ਤੁਰਾਂਗੇ ਨਾ, ਕਦੀ ਨਹੀਂ ਭਟਕਾਂਗੇ ਗੁਰਬਾਣੀ ਦੇ ਅਰਥ ਕਰਨ ਲੱਗਿਆਂ। ਸੋ ਕੋਸ਼ਿਸ਼ ਕੀਤੀ ਹੈ ਗੁਰਮਤ ਨੂੰ ਆਪ ਤੱਕ ਪਹੁੰਚਾਉਣ ਦੀ। ਬੇਅੰਤ ਭੁੱਲਾਂ ਗਲਤੀਆਂ ਹੁੰਦੀਆਂ ਨੇ, ਕਿਉਂਕਿ ਇੱਕ ਪ੍ਰਚਾਰਕ ਦੇ ਨਾਤੇ ਮੇਰਾ ਫਰਜ਼ ਆ, ਮੈਂ ਇਮਾਨਦਾਰੀ ਦੇ ਨਾਲ